ਦਰਬਾਰਾ ਸਿੰਘ ਨੇ ਪੰਜਾਬ ਦੇ ਪਾਣੀਆਂ ਦੇ ਉੱਤੇ ਇਤਨਾ ਬੜੀ ਧੋਖਾਧੜੀ ਕੀਤੀ ਹੈ ਜਿਹੜੀ ਜਿਹਨੂੰ ਵਾਸ਼ ਆਫ ਕਰਨਾ ਬਹੁਤ ਮੁਸ਼ਕਿਲ ਹੈ। ਇੰਦਰਾ ਗਾਂਧੀ ਦੇ ਕਹਿਣ ਤੇ ਉਸਨੇ ਸੁਪਰੀਮ ਕੋਰਟ ਦੇ ਵਿੱਚ ਚੱਲਦਾ ਹੋਇਆ ਪਾਣੀਆਂ ਦਾ ਕੇਸ ਵਿਡਰਾ ਕੀਤਾ ਸੀਗਾ ਔਰ ਉਸ ਤੋਂ ਬਾਅਦ ਐਗਰੀਮੈਂਟ ਸਾਈਨ ਕੀਤਾ ਜਿਹੜਾ ਪੰਜਾਬ ਦੇ ਪਾਣੀਆਂ ਦੇ ਮਸਲੇ ਦੇ ਉੱਤੇ ਪੰਜਾਬ ਲਈ ਬਹੁਤ ਜ਼ਿਆਦਾ ਘਾਤਕ ਹੈ। किसान अंदोलन ਨੂੰ ਜਿੱਥੇ ਖੜਾ ਦੇਖਦੇ ਹੋ ਇਸ ਦੀ ਵਜ੍ਹਾ ਕੀ ਮੰਨੀ ਜਾਵੇ? ਪੰਜਾਬ ਤੋਂ ਅੰਦੋਲਨ ਸ਼ੁਰੂ ਹੋਇਆ ਇਸ ਦੀ ਗੱਲ ਅਕਸਰ ਹੁੰਦੀ ਹੈ ਕਿ ਇਸੇ ਕਰਕੇ ਇਸ ਨੇ ਸਰਕਾਰਾਂ ਨੂੰ ਵਕਤ ਪਾਇਆ। ਮੰਨਦੇ ਹੋ ਠੀਕ ਹੈ ਗੱਲ? ਇਸ ਸੰਘਰਸ਼ ਨੇ ਦੁਨੀਆ ਨੂੰ ਬਹੁਤ ਕੁਝ ਦਿੱਤਾ। ਇਹ ਦੁਨੀਆ ਦੇ ਲਈ ਲਾਈਟ ਹਾਊਸ ਹੈ, ਸਿੱਖ ਪੰਜਾਬ ਦੇ ਲਈ ਨਹੀਂ ਜਾਂ ਹਿੰਦੁਸਤਾਨ ਦੇ ਲਈ ਨਹੀਂ, ਦੁਨੀਆ ਲਈ ਲਾਈਟ ਹਾਊਸ। ਅੱਜ ਦੁਨੀਆ ਦੇ ਸਾਰੇ ਜਿਹੜੇ ਕਿਸਾਨੀ ਨਾਲ ਹਮਦਰਦੀ ਰੱਖਦੇ ਆ ਜਾਂ ਕਿਸਾਨੀ ਦੇ ਵਿੱਚ ਉਹ ਹੈਗੇ ਆ ਪ੍ਰੋਫੈਸ਼ਨ 'ਚ, ਉਹ ਇਸ ਸਟਰਗਲ ਨੂੰ ਦੇਖ ਰਹੇ ਆ, ਵਾਚ ਕਰ ਰਹੇ। ਧਰਮ ਯੁੱਧ ਮੋਰਚਾ ਚੱਲਿਆ, ਧਰਮ ਯੁੱਧ ਮੋਰਚਾ ਦੀ ਜਿਹੜੀ ਵਾਗਡੋਰ ਸੀ ਉਹ ਹਰਚੰਦ ਸਿੰਘ ਲੌਂਗੋਵਾਲ ਨੂੰ ਫੜਾਤੀ। ਉਸ ਨੇ ਕਿਹਾ ਵੀ ਉੱਥੇ ਸਹੁੰ ਖਾ ਕੇ ਵੀ ਮੈਂ ਤਾਂ ਮਰਜੀਵੜਾ। ਜਦੋਂ ਅਟੈਕ ਹੋਇਆ ਦਰਬਾਰ ਸਾਹਿਬ ਤੇ ਕਲੂਕਾਰਾ ਹੋਣਾ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਸਰੈਂਡਰ ਉਸ ਮਰਜੀਵੜੇ ਨੇ ਕੀਤਾ। ਮੋਦੀ ਟੋਟਲ ਕਾਰਪੋਰੇਟ ਜਿਹੜੇ ਘਰਾਣੇ ਆ ਉਹਨਾਂ ਦਾ ਇੱਕ ਜਮੂਰਾ ਔਰ ਉਹ ਅੱਗੇ ਪਲੇ ਕਰ ਰਿਹਾ, ਉਹਨੂੰ ਪਲੇ ਕਰਾ ਰਹੇ। ਉਹਨਾਂ ਤੋਂ ਮੋਦੀ ਨੇ ਬਹੁਤ ਸਾਰੇ ਪੈਸੇ ਲਏ ਵੇ ਇਲੈਕਸ਼ਨ ਫੰਡ ਦੇ ਲਈ, ਤੋਂ ਮੋਦੀ ਉਹਨਾਂ ਦੇ ਅੱਗੇ ਅੱਖ ਚੁੱਕ ਨਹੀਂ ਸਕਦਾ। ਦੇਖੋ ਮੋਦੀ ਸਾਹਿਬ ਨੇ ਕੀ ਕਿਹਾ, ਇਹ 3 ਰਿਫਾਰਮ ਹੈ। ਰਿਫਾਰਮ ਬੜਾ ਕਲੇਵਰ ਲਫ਼ਜ਼ ਹੈ, ਬੜਾ ਚਲਾਕੀ ਹੁਸ਼ਿਆਰੀ ਵਾਲਾ ਲਫ਼ਜ਼ ਹੈ। ਐਕਚੁਅਲੀ ਇਹ ਕਾਲੇ ਕਾਨੂੰਨ ਆ ਜਿਸ ਦੇ ਨਾਲ ਕਿ ਕਿਸਾਨਾਂ ਦੀ ਜਿਹੜੀ ਜਿੰਨੀ ਵੀ ਮਾੜੀ ਮੋਟੀ ਰਹਿੰਦੀ ਖੁੰਦੀ ਚੀਜ਼ ਹੈ ਉਸ ਹੈਸੀਅਤ ਨੂੰ ਖਤਮ ਕੀਤਾ ਜਾਵੇ ਔਰ ਉਹਨਾਂ ਨੂੰ ਇਸ ਕਿਸਮ ਦੀ ਸਿਚੁਏਸ਼ਨ 'ਚ ਲਿਜਾ ਕੇ ਖੜਾ ਕੀਤਾ ਜਾਵੇ ਜਿੱਥੇ ਉਹਨਾਂ ਨੂੰ ਮਜਬੂਰੀ ਦੇ ਵਿੱਚ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚਣੀਆਂ ਪੈਣ। ਚੋਮਸਕੀ ਇਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਲਿਵਿੰਗ ਥਿੰਕਰ ਮੰਨਿਆ ਜਾਂਦਾ, ਲਿਵਿੰਗ ਬਹੁਤ ਬੜਾ ਫਿਲਾਸਫਰ ਮੰਨਿਆ ਜਾਂਦਾ। ਉਹਨੇ ਇਹ ਗੱਲ ਖੁੱਲ੍ਹ ਕੇ ਕਹੀ ਆ, ਸਪਸ਼ਟ ਲਫ਼ਜ਼ਾਂ 'ਚ ਕਹੀ ਆ ਕਿ ਸਾਰੀ ਦੁਨੀਆ ਦੇ ਵਿੱਚ ਜਿਹੜੇ ਮਤਲਬ ਸਰਮਾਏਦਾਰ ਆ, ਕਾਰਪੋਰੇਟ ਘਰਾਣੇ ਆ, ਉਹ 1% ਤੋਂ ਵੀ ਘੱਟ ਆ ਔਰ ਉਹ 90% ਦੁਨੀਆ ਦਾ ਜਿਹੜਾ ਸਰਮਾਇਆ ਉਸ ਨੂੰ ਹੜੱਪ ਕਰ ਰਹੇ ਆ। ਹੁਣ ਅਮਰੀਕਾ ਕਿੰਨਾ ਅਮੀਰ ਮੁਲਕ ਆ ਦੁਨੀਆ ਦਾ, ਉਸ ਅਮੀਰ ਮੁਲਕ ਦੇ ਵਿੱਚ ਵੀ ਜਿਹੜੇ ਕਿਸਾਨ ਆ 400 ਬਿਲੀਅਨ ਡਾਲਰ ਦੇ ਕਰਜ਼ਾਈ ਆ। ਜਿਹੜਾ ਜੌਨ ਐਫ ਕੈਨੇਡੀ ਆ ਪ੍ਰੈਜ਼ੀਡੈਂਟ, ਬੜਾ ਮਸ਼ਹੂਰ, ਤੁਸੀਂ ਨਾ ਜਿਹਦੀ ਵਿਚਾਰੇ ਦੀ ਅਸੈਸੀਨੇਸ਼ਨ ਹੋ ਗਈ ਸੀ, ਉਹ ਕੀ ਕਹਿੰਦਾ ਵੀ ਕੀ ਕਿਸਾਨ ਦੀ ਦੁਰਦਸ਼ਾ ਡਿਸਕ੍ਰਾਈਬ ਕਰ ਰਿਹਾ ਔਰ ਬਹੁਤ ਖੂਬਸੂਰਤੀ ਨਾਲ ਇੱਕ ਸੈਂਟੈਂਸ 'ਚ ਉਹ ਗੱਲ ਕੀ ਕਹਿ ਰਿਹਾ, ਕਹਿੰਦਾ ਉਹ ਜੋ ਚੀਜ਼ ਵੇਚਦਾ ਹੋਲਸੇਲ 'ਚ ਵੇਚਦਾ, ਜੋ ਉਹ ਚੀਜ਼ ਖਰੀਦਦਾ ਪਰਚੂਨ 'ਚ ਖਰੀਦਦਾ। ਆਹ ਟ੍ਰੈਜਡੀ ਹੈ। ਇੱਕ ਸੈਂਟੈਂਸ ਦੇ ਵਿੱਚ ਉਸਨੇ ਜਿਹੜੀ ਕਿਸਾਨ ਦੀ ਟ੍ਰੈਜਡੀ, ਕਿਸਾਨ ਦੀ ਜਿਹੜੀ ਸਿਚੁਏਸ਼ਨ ਆ ਉਸ ਨੂੰ ਐਕਸਪਲੇਨ ਕੀਤਾ। ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਤੇ ਬੈਠਿਆਂ ਨੂੰ 9 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ। ਚਰਚਾ ਦੇ ਵਿੱਚ ਰਿਹਾ ਕਿਸਾਨ ਅੰਦੋਲਨ, ਇੰਟਰਨੈਸ਼ਨਲ ਲੈਵਲ ਤੇ ਵੀ ਚਰਚਾ ਹੋਈ ਔਰ ਅਕਸਰ ਇਹ ਗੱਲ ਕਹੀ ਜਾਂਦੀ ਰਹੀ ਇਸ ਅੰਦੋਲਨ ਦੇ ਵਿੱਚ ਕਿ ਇਹ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਹੈ, ਇਸ ਕਰਕੇ ਇੰਨੇ ਵੱਡੇ ਪੱਧਰ ਤੇ ਪਹੁੰਚਿਆ, ਇਸ ਕਰਕੇ ਸਰਕਾਰਾਂ ਹਿੱਲੀਆਂ। ਇਹ ਇਸ ਗੱਲ ਦੀ ਚਰਚਾ ਅਕਸਰ ਹੁੰਦੀ ਰਹੀ। ਇੰਟਰਨੈਸ਼ਨਲ ਲੈਵਲ ਤੇ ਵੀ ਇਸ ਦੀ ਚਰਚਾ ਹੋਈ ਕਿਉਂਕਿ ਵੱਡੀਆਂ ਹਸਤੀਆਂ, ਨਾਮੀ ਹਸਤੀਆਂ ਕਿਸਾਨ ਅੰਦੋਲਨ ਦੇ ਪੱਖ ਦੇ ਵਿੱਚ ਬੋਲਦੀਆਂ ਵੀ ਨਜ਼ਰ ਆਈਆਂ। ਸਾਡੇ ਨਾਲ ਚਰਚਾ ਕਰਨ ਵਾਸਤੇ ਸਮਾਜਿਕ ਚਿੰਤਕ ਤੇ ਪ੍ਰਸਿੱਧ ਇਤਿਹਾਸਕਾਰ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਨੇ। ਗੱਲਬਾਤ ਕਰਾਂਗੇ ਤਮਾਮ ਵਿਸ਼ਿਆਂ ਨੂੰ ਲੈ ਕੇ, ਕਿਸਾਨ ਅੰਦੋਲਨ ਨੂੰ ਕਿੱਥੇ ਖੜਾ ਦੇਖਦੇ ਨੇ, ਜਿੰਨੇ ਵੀ ਵਿਵਾਦ ਜੁੜੇ ਉਹਨਾਂ ਤਮਾਮ ਚੀਜ਼ਾਂ ਨੂੰ ਲੈ ਕੇ ਚਰਚਾ ਹੋਏਗੀ। ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਜੀ। ਬਹੁਤ ਮਿਹਰਬਾਨੀ, ਤੁਹਾਨੂੰ ਵੀ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਸਰੋਤਿਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸ ਤਰ੍ਹਾਂ ਦੇਖਿਆ ਜਾਵੇ ਕਿਸਾਨ ਅੰਦੋਲਨ ਨੂੰ ਲੈ ਕੇ, ਜਦੋਂ ਦੇਖਦੇ ਹੋ ਹਿਸਟਰੀ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਰਿਲੇਟ ਕਰ ਜਾਂਦੀਆਂ ਨੇ, ਕੀ ਮੰਨਿਆ ਜਾਵੇ ਕਿਸਾਨ ਅੰਦੋਲਨ ਨੂੰ ਜਿੱਥੇ ਖੜਾ ਦੇਖਦੇ ਹੋ ਇਸ ਦੀ ਵਜ੍ਹਾ ਕੀ ਮੰਨੀ ਜਾਵੇ? ਪੰਜਾਬ ਤੋਂ ਅੰਦੋਲਨ ਸ਼ੁਰੂ ਹੋਇਆ ਇਸ ਦੀ ਗੱਲ ਅਕਸਰ ਹੁੰਦੀ ਹੈ ਕਿ ਇਸੇ ਕਰਕੇ ਇਸ ਨੇ ਸਰਕਾਰਾਂ ਨੂੰ ਵਕਤ ਪਾਇਆ। ਮੰਨਦੇ ਹੋ ਠੀਕ ਹੈ ਗੱਲ? ਬਿਲਕੁਲ ਠੀਕ ਆ। ਦੇਖੋ ਇਹ ਇੱਕ ਬਹੁਤ ਬੜਾ ਸੰਘਰਸ਼ ਹੈ, ਅੰਦੋਲਨ ਤੋਂ ਵੀ ਅਗਲੀ ਸਟੇਜ ਹੈ ਇਸ ਦੀ, ਸੰਘਰਸ਼ ਦੀ ਸਟਰਗਲ ਹੈਗੀ। ਇਸ ਦੇ ਪਿੱਛੇ ਬਹੁਤ ਸਾਰੀਆਂ ਚੀਜ਼ਾਂ ਛਿਪੀਆਂ ਹੋਈਆਂ। ਕਿਸਾਨਾਂ ਦੀਆਂ ਜਿਹੜੀਆਂ ਜਿੰਨੀਆਂ ਵੀ ਮੁਸੀਬਤਾਂ, ਉਹਨਾਂ ਦੀ ਜਿੰਨੀ ਦੁੱਖ ਤਕਲੀਫ ਆ, ਉਸ ਦੀ ਬਿਹਤਰੀ ਲਈ ਇਹਨਾਂ ਨੇ ਇਹ ਸਟਰਗਲ ਕਰ ਰਹੇ ਆ। ਕਾਲੇ ਕਾਨੂੰਨ ਜਿਹੜੇ ਹੈਗੇ ਆ ਉਹ ਜਿਹੜੇ ਇੰਟਰੋਡਿਊਸ ਕੀਤੇ ਆ ਮੋਦੀ ਸਰਕਾਰ ਨੇ, ਉਹਨਾਂ ਦੇ ਖਿਲਾਫ ਹੈ। ਉਸ ਤੋਂ ਇਲਾਵਾ ਵੀ
ਜਿਹੜੀ ਮੋਦੀ ਨੇ ਜਿਸ ਕਿਸਮ ਦੀ ਤੰਤਰ ਇਸ ਮੁਲਕ ਦੇ ਵਿੱਚ ਚਲਾਇਆ, ਉਸ ਦੇ ਖਿਲਾਫ ਵੀ ਇੱਕ ਬਹੁਤ ਬੜੀ ਬਗਾਵਤ ਹੈ। ਕਿਸ ਤਰੀਕੇ ਨਾਲ ਇੱਕ ਡੈਮੋਕ੍ਰੈਟਿਕ ਸੈਟਅਪ ਨੂੰ ਮਲੀਆਮੇਟ ਕੀਤਾ ਜਾ ਰਿਹਾ ਸਲੋਲੀ ਐਂਡ ਗ੍ਰੈਜੂਅਲੀ, ਔਰ ਕਿਸ ਤਰੀਕੇ ਦੇ ਨਾਲ ਮਤਲਬ ਇੱਕ ਇਸ ਕਿਸਮ ਦੀ ਮਾਨਸਿਕਤਾ ਦੇ ਵਿੱਚ ਸਾਰੇ ਸਟੇਟ, ਸਾਰੇ ਇੰਡੀਆ ਦੀ ਜਿਹੜੀ ਤਾਕਤ ਆ ਉਹ ਝੋਕੀ ਜਾ ਰਹੀ ਆ ਹਿੰਦੂਤਵ ਦਾ, ਮੇਰਾ ਮਤਲਬ ਹੈ RSS ਦੇ ਹੱਕ ਦੇ ਵਿੱਚ। ਤੇ ਜਿਹੜੀਆਂ ਡੈਮੋਕ੍ਰੈਟਿਕ ਤੇ ਰਿਪਬਲਿਕਨ ਥਿੰਕਿੰਗ ਦੇ ਲੋਕ ਆ, ਉਹਨਾਂ ਦੇ ਜਿਹੜੇ ਇੰਸਟੀਟਿਊਸ਼ਨ ਆ ਉਹਨਾਂ ਨੂੰ ਡਿਮੋਲਿਸ਼ ਕੀਤਾ ਜਾ ਰਿਹਾ, ਘੱਟ ਗਿਣੀ ਦੀ ਆਵਾਜ਼ ਨੂੰ ਜਿਹੜੀ ਆ ਦਬਾਇਆ ਜਾ ਰਿਹਾ। ਇੱਕ ਗੱਲ ਨਹੀਂ ਇਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ, ਲੇਕਿਨ ਐਪਰੈਂਟਲੀ ਜਿਹੜੀ ਗੱਲ ਹੈਗੀ ਆ ਉਹ ਹੈਗੀ ਆ ਕਿਸਾਨਾਂ ਦਾ ਸੰਘਰਸ਼, ਕਿਸਾਨਾਂ ਦੀ ਸਟਰਗਲ, ਕਿਸਾਨਾਂ ਦੀਆਂ ਐਸਪੀਰੇਸ਼ਨਸ, ਕਿਸਾਨਾਂ ਦੀ ਐਗਜ਼ਿਸਟੈਂਸ, ਕਿਸਾਨਾਂ ਦੇ ਫਿਊਚਰ ਦਾ ਕੁਐਸਚਨ ਆ। ਤੋ ਜਿਹੜੇ ਹੁਣ ਦੇਖੋ ਮੋਦੀ ਸਾਹਿਬ ਨੇ ਕੀ ਕਿਹਾ, ਇਹ 3 ਰਿਫਾਰਮ ਹੈ। ਰਿਫਾਰਮ ਬੜਾ ਕਲੇਵਰ ਲਫ਼ਜ਼ ਆ, ਬੜਾ ਚਲਾਕੀ ਹੁਸ਼ਿਆਰੀ ਵਾਲਾ ਲਫ਼ਜ਼ ਆ, ਔਰ ਇਹ ਰਿਫਾਰਮ ਨਹੀਂ ਹੈਗੇ, ਇਹ ਬਿਲਕੁਲ ਅਪਰੋਪਰੀਏਟ। ਮੈਂ ਕਿਸਾਨਾਂ ਨੂੰ ਇਸ ਗੱਲ ਲਈ ਦਾਤ ਦਿੰਦਾ, ਉਹਨਾਂ ਦੀ ਇੰਟੈਲੀਜੈਂਸ ਨੂੰ, ਕਿ ਉਹਨਾਂ ਨੇ ਇਹਨਾਂ ਨੂੰ ਕਾਲਾ ਕਾਨੂੰਨ ਕਹਿ ਕੇ ਮਤਲਬ ਗਰਦਾਨਿਆ ਹੈਗਾ। ਐਕਚੁਅਲੀ ਇਹ ਕਾਲੇ ਕਾਨੂੰਨ ਆ ਜਿਸ ਦੇ ਨਾਲ ਕਿ ਕਿਸਾਨਾਂ ਦੀ ਜਿਹੜੀ ਜਿੰਨੀ ਵੀ ਮਾੜੀ ਮੋਟੀ ਰਹਿੰਦੀ ਖੁੰਦੀ ਚੀਜ਼ ਹੈ ਉਸ ਹੈਸੀਅਤ ਨੂੰ ਖ਼ਤਮ ਕੀਤਾ ਜਾਵੇ, ਔਰ ਉਹਨਾਂ ਨੂੰ ਇਸ ਕਿਸਮ ਦੀ ਸਿਚੁਏਸ਼ਨ 'ਚ ਲਿਜਾ ਕੇ ਖੜਾ ਕੀਤਾ ਜਾਵੇ ਜਿੱਥੇ ਉਹਨਾਂ ਨੂੰ ਮਜਬੂਰੀ ਦੇ ਵਿੱਚ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚਣੀਆਂ ਪੈਣ, ਔਰ ਪਿੰਡਾਂ ਦੇ ਵਿੱਚ ਉਜੜ ਕੇ ਜ਼ਮੀਨਾਂ ਜਾਇਦਾਦਾਂ ਵੇਚ ਕੇ ਉਹ ਮਤਲਬ ਇੱਕ ਸਧਾਰਨ ਲੇਬਰਰ ਦੀ ਤਰ੍ਹਾਂ ਸ਼ਹਿਰਾਂ ਦੇ ਵਿੱਚ ਜਾ ਕੇ ਕੰਮ ਕਰਨ, ਕਾਰਖਾਨਿਆਂ ਦੇ ਵਿੱਚ ਜਾਂ ਦੁਕਾਨਾਂ ਦੇ ਵਿੱਚ ਜਾਂ ਇੱਧਰ ਉੱਧਰ ਸੜਕਾਂ ਦੇ ਉੱਤੇ। ਤੋ ਇਹ ਇੱਕ ਬਹੁਤ ਵੱਡੀ ਕਨਸਪੀਰੇਸੀ ਆ। ਇਸ ਦੀਆਂ ਓਵਰਟੋਨਸ ਇੰਡੀਆ ਵਿੱਚ ਹੀ ਨਹੀਂ, ਕਾਰਪੋਰੇਟ ਸੈਕਟਰ ਦੁਨੀਆ ਦਾ ਉਹ ਜੁਆਇਨ ਕਰ ਚੁੱਕਿਆ ਅਗੇਂਸਟ ਦੀ ਫਾਰਮਰਸ, ਚਾਹੇ ਉਹ ਇੰਡੀਆ ਦੇ ਫਾਰਮਰਸ ਆ, ਚਾਹੇ ਉਹ ਦੂਸਰੇ ਅਮਰੀਕਾ ਦੇ ਫਾਰਮਰਸ ਆ। ਹੁਣ ਅਮਰੀਕਾ ਕਿੰਨਾ ਅਮੀਰ ਮੁਲਕ ਆ ਦੁਨੀਆ ਦਾ, ਉਸ ਅਮੀਰ ਮੁਲਕ ਦੇ ਵਿੱਚ ਵੀ ਜਿਹੜੇ ਕਿਸਾਨ ਆ $400 ਬਿਲੀਅਨ ਦੇ ਕਰਜ਼ਾਈ ਆ। ਜਿਸ ਤਰ੍ਹਾਂ ਆਪਣੇ ਹਿੰਦੁਸਤਾਨ 'ਚ ਵੀ ਜਿਹੜੇ ਕਿਸਾਨ ਆ ਵਿਚਾਰੇ ਕਰਜ਼ਾਈ ਆ, ਕਰਜ਼ੇ ਵਿੱਚ ਜੰਮਦੇ ਆ, ਕਰਜ਼ੇ ਵਿੱਚ ਰਹਿੰਦੇ ਆ, ਕਰਜ਼ੇ ਵਿੱਚ ਮਰਦੇ ਆ। ਤੋ ਇਸ ਕਰਕੇ ਇਹ ਜਿਹੜੀ ਐਕਿਊਮੂਲੇਟਿਵ ਸਟਰਗਲ ਹੈਗੀ ਆ, ਕਲੈਕਟਿਵ ਜਿਹੜੀ ਸਟਰਗਲ, ਇਸ ਦੇ ਪਿੱਛੇ ਬਹੁਤ ਵੱਡੇ ਵੱਡੇ ਜਿਹੜੇ ਲੋਕ ਆ ਜਿਨ੍ਹਾਂ ਦੀ ਆਤਮਾ ਬੁਲੰਦ ਆ, ਉਹਨਾਂ ਨੇ ਵੀ ਇਸ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਆ। ਚੋਮਸਕੀ ਇਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਲਿਵਿੰਗ ਥਿੰਕਰ ਮੰਨਿਆ ਜਾਂਦਾ, ਲਿਵਿੰਗ ਬਹੁਤ ਬੜਾ ਫਿਲਾਸਫਰ ਮੰਨਿਆ ਜਾਂਦਾ, ਔਰ ਉਹ ਆਪਣੀ ਆਤਮਾ ਦੀ ਆਵਾਜ਼ 'ਤੇ ਗੱਲ ਕਰਦਾ। 92 ਸਾਲ ਦੀ ਉਸ ਦੀ ਉਮਰ ਹੈ ਚੋਮਸਕੀ ਦੀ। ਬਹੁਤ ਵੱਡੀਆਂ ਉਹਦੀਆਂ ਲਿਖਤਾਂ, ਉਹਨਾਂ ਨੂੰ ਮਤਲਬ ਬਹੁਤ ਸਤਿਕਾਰ ਅਤੇ ਮਤਲਬ ਉਹਨੂੰ ਗਹਿਰਾਈ ਦੇ ਨਾਲ ਸਾਰੇ ਲੋਕ ਉਸ ਦੀ ਗੱਲ ਨੂੰ ਸੁਣਦੇ ਆ। ਉਸ ਨੇ ਵੀ ਇਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ, ਔਰ ਉਹਨੇ ਇਹ ਗੱਲ ਖੁੱਲ੍ਹ ਕੇ ਕਹੀ ਆ, ਸਪਸ਼ਟ ਲਫ਼ਜ਼ਾਂ 'ਚ ਕਹੀ ਆ ਕਿ ਸਾਰੀ ਦੁਨੀਆ ਦੇ ਵਿੱਚ ਜਿਹੜੇ ਮਤਲਬ ਸਰਮਾਏਦਾਰ ਆ, ਕਾਰਪੋਰੇਟ ਘਰਾਣੇ ਆ, ਉਹ 1% ਤੋਂ ਵੀ ਘੱਟ ਆ, ਔਰ ਉਹ 90% ਦੁਨੀਆ ਦਾ ਜਿਹੜਾ ਸਰਮਾਇਆ ਉਸ ਨੂੰ ਹੜੱਪ ਕਰ ਰਹੇ ਆ। ਹੁਣ ਅਖੀਰ ਦੇ ਵਿੱਚ ਜੇ ਕੋਈ ਗੱਲ ਰਹਿ ਗਈ ਆ ਤਾਂ ਇਸ ਖਿੱਤੇ ਦੇ ਕਿਸਾਨਾਂ ਦੇ ਕੋਲ ਥੋੜ੍ਹੀ ਬਹੁਤੀ ਚੀਜ਼ ਰਹਿ ਗਈ ਆ ਜਿਸ ਨੂੰ ਖੋਣ ਦੀ ਐਫਰਟ ਆ। WTO ਸਾਈਨ ਕੀਤਾ, ਪਿਛਲੀ ਸਰਕਾਰ ਨੇ ਸਾਈਨ ਕੀਤਾ, ਮਨਮੋਹਨ ਸਿੰਘ ਦੀ ਸਰਕਾਰ ਨੇ ਸਾਈਨ ਕੀਤਾ, ਔਰ ਇਸ ਨੇ ਮਤਲਬ ਅੱਗੇ ਚੜ੍ਹ ਕੇ ਇਸ ਕਿਸਮ ਦੇ ਕਾਨੂੰਨ ਉਸੇ ਆਧਾਰ ਦੇ ਉੱਤੇ ਇਹਨਾਂ ਨੇ ਕਮਿਟਮੈਂਟ ਕੀਤੀ ਹੈ ਵਰਲਡ ਲੈਵਲ 'ਤੇ। ਇਹ ਗੱਲ ਇੰਨੀ ਇਹ ਕਨਫਾਈਨਡ ਨਹੀਂ ਹੈ ਪੰਜਾਬ ਲਈ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਨਾ, ਪੰਜਾਬ 'ਚੋਂ ਸੰਘਰਸ਼ ਉੱਠਿਆ ਜਾਂ ਹਿੰਦੁਸਤਾਨ 'ਚੋਂ ਸੰਘਰਸ਼ ਉੱਠਿਆ, ਦੁਨੀਆ ਦੇ ਸਾਰੇ ਕਿਸਾਨ ਆ ਉਹ ਆਵਾਜ਼ ਬੁਲੰਦ ਕਰ ਰਹੇ ਆ ਇਸ ਗੱਲ ਦੇ ਉੱਤੇ। ਤੋ ਮੇਰਾ ਕਹਿਣ ਤੋਂ ਮਤਲਬ ਇਹ ਆ, ਇਸੇ ਤਰੀਕੇ ਨਾਲ ਰੇਗਨ, ਪ੍ਰੈਜ਼ੀਡੈਂਟ ਰੇਗਨ ਤੁਸੀਂ ਨਾਂ ਸੁਣਿਆ ਹੋਣਾ, ਉਹ ਅਮਰੀਕਾ ਦੇ ਬੜੇ ਨਾਮੀ ਪ੍ਰੈਜ਼ੀਡੈਂਟ ਸੀ। ਉਹਨਾਂ ਦਾ ਉਹ ਪਿੱਛੋਂ ਉਹਨਾਂ ਦਾ ਪਿਛੋਕੜ ਜਿਹੜਾ ਕਿਸਾਨੀ ਦਾ ਸੀ, ਉਹ ਕਿਸਾਨਾਂ ਦਾ ਭਲਾ ਕਰਨਾ ਚਾਹੁੰਦੇ ਸੀ। ਉੱਥੇ ਵੀ ਇਸੇ ਤਰੀਕੇ ਦੀ ਟਰੈਕਟਰ ਰੈਲੀ ਕੀਤੀ ਸੀ, ਉਹਨੂੰ ਪਤਾ ਨਹੀਂ ਕੀ ਮੈਨੂੰ ਲਫ਼ਜ਼ ਭੁੱਲ ਗਿਆ, ਉਹ ਕਹਿੰਦੇ ਸੀ ਵੀ ਟਰੈਕਟਰਾਂ ਦੇ ਨਾਲ ਜਾ ਕੇ ਉਹ ਵਾਸ਼ਿੰਗਟਨ DC 'ਚ ਗਏ ਸੀ ਪ੍ਰੋਟੈਸਟ ਕਰਨ ਵੀ ਜਿਹੜੀ ਉਹਨਾਂ ਦੀ ਐਕਸਪਲੋਇਟੇਸ਼ਨ ਹੋ ਰਹੀ ਹੈ। ਬਾਵਜੂਦ ਇਸ ਗੱਲ ਦੇ ਕਿ ਰੇਗਨ ਚਾਹੁੰਦਾ ਸੀ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਨਾ ਕੋਈ ਚੀਜ਼, ਕੋਈ ਐਸਾ ਕਾਨੂੰਨ ਬਣਾਇਆ ਜਾਵੇ, ਲੇਕਿਨ ਕਾਰਪੋਰੇਟ ਘਰਾਣਿਆਂ ਦਾ ਇੰਨਾ ਗਲਬਾ ਉੱਥੇ ਦੇ ਸਿਸਟਮ ਦੇ ਉੱਤੇ ਵੀ ਕਿ ਉਹਨਾਂ ਨੇ ਰੇਗਨ ਨੂੰ ਮਜਬੂਰ ਕਰ ਦਿੱਤਾ ਵੀ ਕੋਈ ਵੀ ਗੱਲ ਐਸੀ ਨਾ ਹੋ ਸਕੇ ਜਿਹੜੀ ਕਿਸਾਨਾਂ ਦੇ ਹੱਕ ਦੇ ਵਿੱਚ ਹੋਵੇ ਔਰ ਕਾਰਪੋਰੇਟ ਦੇ ਖਿਲਾਫ ਹੋਵੇ, ਉਹਦੇ ਵਿਰੋਧ 'ਚ ਹੋਵੇ।
ਤੋ ਇਸੇ ਤਰੀਕੇ ਨਾਲ ਜਿਹੜਾ ਜੌਨ ਐਫ ਕੈਨੇਡੀ ਆ ਪ੍ਰੈਜ਼ੀਡੈਂਟ, ਬੜਾ ਮਸ਼ਹੂਰ, ਤੁਸੀਂ ਨਾਮ, ਜਿਹਦੀ ਵਿਚਾਰੇ ਦੀ ਅਸੈਸੀਨੇਸ਼ਨ ਹੋ ਗਈ ਸੀ, ਉਹ ਕੀ ਕਹਿੰਦਾ ਵੀ ਕੀ ਕਿਸਾਨ ਦੀ ਦੁਰਦਸ਼ਾ ਡਿਸਕ੍ਰਾਈਬ ਕਰ ਰਿਹਾ ਔਰ ਬਹੁਤ ਖੂਬਸੂਰਤੀ ਨਾਲ ਇੱਕ ਸੈਂਟੈਂਸ 'ਚ ਉਹ ਗੱਲ ਕੀ ਕਹਿ ਰਿਹਾ ਕਿ ਕਿਸਾਨ ਆ ਜਿਹੜਾ ਉਹ ਕਿਉਂ ਮਤਲਬ ਪਰੇਸ਼ਾਨ ਆ, ਕਿਉਂ ਉਸ ਦੀ ਐਕਸਪਲਾਈਟੇਸ਼ਨ ਹੁੰਦੀ ਆ। ਕਹਿੰਦਾ ਉਹ ਜੋ ਚੀਜ਼ ਵੇਚਦਾ ਹੋਲਸੇਲ 'ਚ ਵੇਚਦਾ, ਜੋ ਉਹ ਚੀਜ਼ ਖਰੀਦਦਾ ਪਰਚੂਨ 'ਚ ਖਰੀਦਦਾ, ਆਹ ਟ੍ਰੈਜਡੀ ਹੈ। ਇੱਕ ਸੈਂਟੈਂਸ ਦੇ ਵਿੱਚ ਉਸਨੇ ਜਿਹੜੀ ਕਿਸਾਨ ਦੀ ਟ੍ਰੈਜਡੀ, ਕਿਸਾਨ ਦੀ ਜਿਹੜੀ ਸਿਚੁਏਸ਼ਨ ਆ ਉਸ ਨੂੰ ਐਕਸਪਲੇਨ ਕੀਤਾ। ਸੌਰੀ। ਤੋ ਇਸ ਕਰਕੇ ਇਹ ਗੱਲ ਸਾਰੀ ਇੱਥੇ ਹੀ ਨਹੀਂ, ਉੱਥੇ ਹੁਣ ਕਿਸਾਨ ਆ ਜਿਹੜੇ ਉਹ ਮਤਲਬ ਆਪਣੇ ਕਿੱਤੇ ਛੱਡ ਕੇ ਜਾ ਕੇ ਸ਼ਹਿਰਾਂ ਦੇ ਵਿੱਚ ਜਾ ਕੇ ਵਿਚਾਰੇ ਮਜ਼ਦੂਰੀਆਂ ਕਰ ਰਹੇ ਆ ਜਾਂ ਨੌਕਰੀਆਂ ਕਰ ਰਹੇ ਆ, ਪਰ ਉਹ ਤਾਂ ਅਮੀਰ ਮੁਲਕ ਆ, ਉੱਥੇ ਤਾਂ ਇੰਪਲਾਇਮੈਂਟ ਮਿਲ ਜਾਂਦੀ ਆ। ਪਰ ਆਹ ਗਰੀਬਾਂ ਤੋਂ ਗਰੀਬ ਮੁਲਕ ਆ ਸਾਡਾ, ਦੁਨੀਆ ਦੇ ਸਭ ਤੋਂ ਨਿਚਲੇ ਲੈਵਲ 'ਤੇ ਇਕਨੋਮਿਕਲੀ ਇਸ ਮੁਲਕ ਦੇ ਵਿੱਚ ਕਿੱਥੇ ਇੰਪਲਾਇਮੈਂਟ ਆ। ਆਲਰੇਡੀ ਕਰੋੜਾਂ ਬੰਦੇ ਅਨਇੰਪਲਾਇਡ ਆ ਇਸ ਮੁਲਕ ਦੇ। ਅਤੇ ਜਿਸ ਵਕਤ ਤੁਸੀਂ ਲੋਕਾਂ ਤੋਂ ਜ਼ਮੀਨਾਂ ਖਰੀਦ ਲਈਆਂ, ਜਿਹੜੇ ਸਾਡੇ 80 ਕਰੋੜ ਕਿਸਾਨ ਇਸ ਮੁਲਕ ਦੇ ਵਿੱਚ ਰਹਿੰਦੇ, ਉਹ ਕਿੱਥੇ ਜਾਣਗੇ? ਉਹਨਾਂ ਦੇ ਬੱਚੇ ਕਿੱਥੇ ਰਹਿਣਗੇ? ਉਹਨਾਂ ਦੇ ਪਰਿਵਾਰ ਕਿੱਥੇ ਜਾਣਗੇ? ਤੋ ਇਸੇ ਇੱਕ ਤਰੀਕੇ ਨਾਲ ਇੱਕ ਮੈਂ ਤੁਹਾਨੂੰ ਚੌਮਸਕੀ ਦੀ ਗੱਲ ਕੀਤੀ ਆ, ਹੁਣ ਮੈਂ ਤੁਹਾਨੂੰ ਅਮਿਤਰਾ ਸੇਨ ਦੀ ਗੱਲ ਕਰਦਾ। ਅਮਿਤਰਾ ਸੇਨ ਤੁਹਾਨੂੰ ਪਤਾ ਕੌਣ ਆ? ਜਿਸ ਨੂੰ ਨੋਬਲ ਪ੍ਰਾਈਜ਼ ਮਿਲਿਆ, ਇੰਡੀਅਨ ਆ, ਉਹ ਬੰਗਾਲੀ ਆ, ਉਹਦੇ ਕੋਲ ਇੰਡੀਅਨ ਸਿਟੀਜ਼ਨਸ਼ਿਪ ਆ, ਲੇਕਿਨ ਉਹ ਇਤਨਾ ਲਾਇਕ ਆਦਮੀ ਆ ਕਿ ਇਤਨੀ ਲੋਕਾਂ ਦੇ ਜਿਹੜੇ ਲੋਕ ਸਪਰੈਸ ਹੋ ਰਹੇ ਆ ਕਿਸੇ ਵੀ ਦੁਨੀਆ ਦੇ ਖਿੱਤੇ 'ਚ, ਉਸ ਦੇ 'ਚੋਂ ਵਿਚਾਰਾ ਆਪਣੀ ਆਵਾਜ਼ ਬੁਲੰਦ ਕਰਦਾ। ਉਸ ਨੇ ਵੀ ਬੜੇ ਖੁੱਲ੍ਹੇ ਸ਼ਬਦਾਂ ਦੇ ਵਿੱਚ, ਬੜੇ ਓਪਨ ਸ਼ਬਦਾਂ 'ਚ, ਅਨਐਂਬੀਗੂਅਸ ਟਰਮਸ ਦੇ ਵਿੱਚ ਉਸਨੇ ਇਹ ਗੱਲ ਕਹੀ ਆ ਵੀ ਇਹ ਜਿਹੜੇ ਕਾਨੂੰਨ ਆ ਇਹ ਘਾਤਕ ਆ, ਇਹ ਕਿਸਾਨਾਂ ਦੇ ਹਿੱਤ ਦੇ ਵਿੱਚ ਨਹੀਂ, ਕਿਸਾਨਾਂ ਨੂੰ ਬਰਬਾਦ ਕਰਨ ਵਾਲੇ ਕਾਲੇ ਕਾਨੂੰਨ ਆ, ਇਹ ਵਿਡਰਾ ਹੋਣੇ ਚਾਹੀਦੇ ਆ। ਤੋ ਇਹ ਮੇਰਾ ਮਤਲਬ ਕਹਿਣ ਦਾ ਇਹ ਆ ਵੀ ਹੁਣ ਦੇਖੋ ਕੈਸੀ ਤਰਾਸਦੀ ਆ। ਅਮਿਤਰਾ ਸੇਨ ਉਹ ਨਿਊਟਨ ਚੇਅਰ 'ਤੇ ਵੀ ਬੈਠਾ ਰਿਹਾ, ਕੈਂਬਰਿਜ ਯੂਨੀਵਰਸਿਟੀ ਵਿੱਚ ਉਹਨਾਂ ਇੱਕ ਚੇਅਰ ਆ ਜਿਸ ਨੂੰ ਨਿਊਟਨ ਚੇਅਰ ਕਹਿੰਦੇ ਆ, ਜਿਹੜਾ ਉਹ ਸਭ ਤੋਂ ਸਮਝਦਾਰ, ਸਿਆਣਾ, ਸੂਝਵਾਨ ਵਿਦਵਾਨ ਹੋਵੇ ਉਸ ਨੂੰ ਉਸ ਚੇਅਰ 'ਤੇ ਬਿਠਾਉਂਦੇ ਆ। ਉੱਥੇ ਵੀ ਬੈਠੇ ਰਹੇ ਅਮਿਤਰਾ ਸੇਨ। ਇਸੇ ਤਰ੍ਹਾਂ ਨੋਬਲ ਇਕਨੋਮਿਕਸ ਦੇ ਵਿੱਚ ਪ੍ਰਾਈਜ਼ ਉਹਨਾਂ ਨੇ ਵਿਨ ਕੀਤਾ। ਹੁਣ ਇਸ ਵੇਲੇ ਹਾਰਵਰਡ ਯੂਨੀਵਰਸਿਟੀ ਜਿਹੜੀ ਬਹੁਤ ਦੁਨੀਆ ਦੀ ਬਹੁਤ ਬੜੀ ਲਰਨਿੰਗ ਦੀ ਸੀਟ ਆ, ਉੱਥੇ ਬੈਠੇ ਬਤੌਰ ਪ੍ਰੋਫੈਸਰ। ਉਹਨਾਂ ਦੀ ਕਹੀ ਵੀ ਗੱਲ ਸਾਰੀ ਦੁਨੀਆ ਸੁਣਦੀ ਆ। ਅੱਛਾ, ਉਹ ਹੁਣ ਦੇਖੋ ਚੌਵਸਕੀ ਵਰਗੇ ਲੋਕ, ਅਮਿਤਰਾ ਸੇਨ ਵਰਗੇ ਲੋਕ ਸਾਰੀਆਂ ਦੁਨੀਆ ਦੀਆਂ ਪਾਰਲੀਮੈਂਟਾਂ ਦੇ ਵਿੱਚ ਸਿਆਸਤਦਾਨ ਔਰ ਪਾਰਲੀਮੈਂਟਾਂ ਦੇ ਫਲੋਰ ਦੇ ਉੱਤੇ ਇਹਨਾਂ ਕਾਨੂੰਨਾਂ ਦੇ ਖਿਲਾਫ ਆਵਾਜ਼ ਬੁਲੰਦ ਹੋਈ। ਆਸਟ੍ਰੇਲੀਆ 'ਚ ਆਵਾਜ਼ ਬੁਲੰਦ ਹੋਈ, ਇਸੇ ਤਰੀਕੇ ਦੇ ਨਾਲ ਇੰਗਲੈਂਡ ਦੇ ਵਿੱਚ ਆਵਾਜ਼ ਬੁਲੰਦ ਹੋਈ, ਇਸੇ ਤਰੀਕੇ ਨਾਲ ਅਮਰੀਕਾ ਦੇ ਵਿੱਚ ਆਵਾਜ਼ ਬੁਲੰਦ ਹੋਈ। ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਨੇ ਇਸ ਚੀਜ਼ 'ਤੇ ਇਸ਼ੂ 'ਤੇ ਉਹਦੀ ਨੀਸ ਆ, ਉਸਨੇ ਆਵਾਜ਼ ਬੁਲੰਦ ਕੀਤੀ। ਇਸ 'ਤੇ ਹੋਰ ਲੋਕਾਂ ਨੇ ਜਿਹੜੇ ਨਾਮੀ ਲੋਕ ਆ ਦੁਨੀਆ ਦੇ ਵਿੱਚ, ਉਹਨਾਂ ਨੇ ਸਾਰਿਆਂ ਨੇ ਹਾਂ ਦਾ ਨਾਅਰਾ ਮਾਰਿਆ, ਕਿਸਾਨਾਂ ਦੇ ਹੱਕ ਵਿੱਚ ਮਾਰਿਆ, ਹਿੰਦੁਸਤਾਨ ਦੀ ਸਰਕਾਰ ਦੇ ਵਿਰੋਧ 'ਚ ਮਾਰਿਆ। ਲੇਕਿਨ ਇੱਕ ਪੰਜਾਬ ਦੇ ਵਿੱਚ ਹੁਣ ਮੈਂ ਕੀ ਕਹਾਂ, ਬਜ਼ੁਰਗ ਆਦਮੀ ਹੈਗੇ ਆ 94 ਜਾਂ 95 ਸਾਲ ਦੇ ਸਰਦਾਰਾ ਸਿੰਘ ਜੌਹਲ, ਉਹ ਵਾਈਸ ਚਾਂਸਲਰ ਵੀ ਰਹੇ। ਦਰਬਾਰਾ ਸਿੰਘ ਦੇ ਉਹ ਨਜ਼ਦੀਕੀ ਸੀ, ਉਸ ਪਿੰਡ ਦੇ ਸੀ, ਜੰਡਿਆਲਾ ਪਿੰਡ ਆ ਨਾ ਜਲੰਧਰ ਦੇ ਕੋਲ, ਉਸ ਪਿੰਡ ਦੇ ਜੌਹਲ ਉਹ ਸੀਗੇ ਦਰਬਾਰਾ ਸਿੰਘ। ਔਰ ਦਰਬਾਰਾ ਸਿੰਘ ਨੇ ਪੰਜਾਬ ਦੇ ਪਾਣੀਆਂ ਦੇ ਉੱਤੇ ਇਤਨਾ ਬੜੀ ਧੋਖਾਧੜੀ ਕੀਤੀ ਆ ਜਿਹਨੂੰ ਵਾਸ਼ ਆਫ ਕਰਨਾ ਬਹੁਤ ਮੁਸ਼ਕਿਲ ਆ। ਇੰਦਰਾ ਗਾਂਧੀ ਦੇ ਕਹਿਣ 'ਤੇ ਉਸਨੇ ਸੁਪਰੀਮ ਕੋਰਟ ਦੇ ਵਿੱਚ ਚੱਲਦਾ ਹੋਇਆ ਪਾਣੀਆਂ ਦਾ ਕੇਸ ਵਿਡਰਾ ਕੀਤਾ ਸੀਗਾ, ਔਰ ਉਸ ਤੋਂ ਬਾਅਦ ਐਗਰੀਮੈਂਟ ਸਾਈਨ ਕੀਤਾ ਜਿਹੜਾ ਪੰਜਾਬ ਦੇ ਪਾਣੀਆਂ ਦੇ ਮਸਲੇ ਦੇ ਉੱਤੇ ਪੰਜਾਬ ਲਈ ਬਹੁਤ ਜ਼ਿਆਦਾ ਘਾਤਕ ਆ। ਤੋ ਮੇਰਾ ਮਤਲਬ ਕਹਿਣ ਦਾ, ਉਸ ਪਿੰਡ ਦੇ ਆ, ਉਹਨਾਂ ਨੇ ਉਹਨੂੰ ਵਾਈਸ ਚਾਂਸਲਰ ਬਣਾਇਆ ਸੀ। ਉਹ ਸਿਰਫ ਇਕੱਲਾ ਬੰਦਾ ਪੜ੍ਹਿਆ ਲਿਖਿਆ ਜਿਹੜਾ ਇੰਨੇ ਅਹੁਦਿਆਂ 'ਤੇ ਰਿਹਾ, ਔਰ ਬਾਅਦ ਦੇ ਵਿੱਚ 90 ਸਾਲ ਦੀ ਉਮਰ ਤੋਂ ਬਾਅਦ ਵੀ ਉਹ ਚਾਂਸਲਰ ਰਿਹਾ ਸੈਂਟਰਲ ਯੂਨੀਵਰਸਿਟੀ ਬਠਿੰਡੇ ਦੇ ਵਿੱਚ। ਉਹ ਇਹ ਗੱਲ ਕਹਿ ਰਿਹਾ ਵੀ ਇਹ ਕਾਨੂੰਨ ਚੰਗੇ ਆ, ਕਿਸਾਨਾਂ ਦੇ ਹਿੱਤ ਵਿੱਚ ਆ। ਜਾਂ ਅਮਿਤਰਾ ਸੇਨ ਸਮਝਦਾਰ ਆ, ਜਾਂ ਉਹ ਠੀਕ ਆ, ਜਾਂ ਸਰਦਾਰਾ ਜੌਹਲ ਠੀਕ ਆ, ਜਾਂ ਚੌਵਸਕੀ ਠੀਕ ਆ, ਜਾਂ ਸਰਦਾਰਾ ਜੌਹਲ ਠੀਕ ਆ, ਜਾਂ ਦੁਨੀਆ ਦੇ ਪਾਰਲੀਮੈਂਟ ਦੇ ਵਿੱਚ ਬੈਠੇ, ਹਾਊਸ ਆਫ ਕਾਮਨਸ ਦੇ ਵਿੱਚ ਬੈਠੇ, ਜਾਂ ਦੂਸਰੇ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਬੈਠੇ, ਅਮਰੀਕਾ ਦੀ ਸੈਨੇਟ ਤੇ ਕਾਂਗਰਸ ਦੇ ਵਿੱਚ ਬੈਠੇ, ਉਹ ਠੀਕ ਆ ਜਾਂ ਸਰਦਾਰਾ ਜੌਹਲ ਠੀਕ ਆ। ਇਹ ਤਾਂ ਹੁਣ ਮੈਂ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਬਹੁਤ ਵੱਡਾ ਬਜ਼ੁਰਗ ਆ, ਪਰ ਇਸ ਉਮਰ ਦੇ ਵਿੱਚ ਇਸ ਤਰ੍ਹਾਂ ਦੀ ਗੈਰ ਜ਼ਿੰਮੇਵਾਰਾਨਾ ਗੱਲ
ਸਵਾਰਥੀ ਗੱਲ ਸ਼ੋਭਦੀ ਨਹੀਂ ਇਸ ਕਿਸਮ ਦੇ ਬੰਦੇ ਨੂੰ, ਇੰਨੀ ਉਮਰ ਵਾਲੇ ਬੰਦੇ ਨੂੰ। ਤੋ ਉਹਨਾਂ ਨੂੰ ਘੱਟ ਤੋਂ ਘੱਟ ਚੁੱਪ ਤਾਂ ਰਹਿਣਾ ਚਾਹੀਦਾ, ਪਰ ਕਿਉਂ ਨਹੀਂ ਚੁੱਪ ਰਹਿੰਦੇ? ਕਿਉਂਕਿ ਜਿਹੜੀਆਂ ਪਿੱਛੇ ਫੋਰਸਿਸ ਆ ਜਿਨ੍ਹਾਂ ਨੂੰ ਉਹਨਾਂ ਨੂੰ ਐਡੀਆਂ ਵੱਡੀਆਂ ਪੋਜੀਸ਼ਨ 'ਤੇ ਸਥਾਪਿਤ ਕੀਤਾ, ਉਹ ਜ਼ਰੂਰ ਕਹਿੰਦੀਆਂ ਹੋਣੀਆਂ ਵੀ ਬੋਲੋ ਕੁਛ। ਮੈਨੂੰ ਲੱਗਦਾ ਮਤਲਬ ਕਿ ਕਿਸੇ ਦੇ ਕਹਿਣ ਤੇ ਸਟੇਟਮੈਂਟ ਇਸ ਮੌਕੇ ਤੇ ਆਈ ਹੈ ਉਹਨਾਂ ਦੀ, ਕਿਉਂਕਿ ਲੰਬਾ ਸਮਾਂ ਚੁੱਪ ਰਹੇ ਆ ਔਰ ਅਚਾਨਕ ਹੁਣ ਬੋਲੇ ਨੇ ਸਰਦਾਰਾ ਸਿੰਘ ਜੌਹਲ। ਵੀ ਹੁਣ ਅਮਿਤਰਾ ਸੇਨ ਨੂੰ ਨੋਬਲ ਪ੍ਰਾਈਜ਼ ਮਿਲਿਆ ਇਕਨੋਮਿਕਸ ਦੇ ਵਿੱਚ, ਨਿਊਟਨ ਚੇਅਰ ਤੇ ਬੈਠੇ ਰਹੇ ਆ, ਜਿਹੜੀ ਸਭ ਤੋਂ ਵਾਈਜ਼ੈਸਟ ਬੰਦੇ ਨੂੰ, ਸਭ ਤੋਂ ਬੜੇ ਇੰਟੈਲੈਕਚੁਅਲ ਨੂੰ ਦਿੱਤੀ ਜਾਂਦੀ ਆ, ਔਰ ਹੁਣ ਉਹ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਆ। ਨਾਮੀ ਬੰਦੇ ਆ, ਦੁਨੀਆ ਦੇ ਵਿੱਚ ਸਤਿਕਾਰਿਤ ਬੰਦੇ ਆ। ਸਰਦਾਰਾ ਸਿੰਘ ਜੌਹਲ ਨੂੰ ਤਾਂ ਮਤਲਬ ਥੋੜ੍ਹੇ ਜਿਹੇ ਬੰਦੇ ਪੰਜਾਬ ਦੇ ਜਾਣਦੇ ਹੋਣੇ ਆ, ਪਰ ਮੇਰਾ ਮਤਲਬ ਉਹਨਾਂ ਦੀ ਕੀ ਕੰਟਰੀਬਿਊਸ਼ਨ ਆ, ਕੋਈ ਕਿਤਾਬ ਨਹੀਂ ਉਹਨਾਂ ਨੇ ਅੱਜ ਤੱਕ ਲਿਖੀ, ਆਰਟੀਕਲ ਜ਼ਰੂਰ ਲਿਖੇ ਅਖਬਾਰਾਂ ਦੇ ਵਿੱਚ। ਤੋ ਮੇਰਾ ਮਤਲਬ ਕਹਿਣ ਦਾ ਵੀ ਚੌਵਸਕੀ ਸਹੀ ਆ ਜਾਂ ਸਰਦਾਰਾ ਜੌਹਲ ਸਹੀ ਆ, ਜਾਂ ਮਿੱਤਰਾ ਸੇਨ ਸਹੀ ਆ ਜਾਂ ਸਰਦਾਰਾ ਜੌਹਲ ਸਹੀ ਆ, ਤੋ ਮੈਂ ਤਾਂ ਇਹੀ ਸਮਝਾ ਸਕਦਾ ਉਹਨਾਂ ਨੂੰ। ਸਵਾਲ ਮੇਰਾ ਇਹ ਸੀ ਕਿ ਬੀਜੇਪੀ ਤਾਂ ਹੁਣ ਕੋਟ ਕਰ ਰਹੀ ਹੈ ਨਾ ਉਹਨਾਂ ਦੇ ਬਿਆਨ ਨੂੰ, ਉਹ ਕਹਿੰਦੇ ਕਿ ਕੋਟ ਕਰਕੇ ਕਹਿੰਦੇ ਕਿ ਹੁਣ ਤਾਂ ਸਰਦਾਰਾ ਸਿੰਘ ਜੌਹਲ ਨੇ ਵੀ ਕਹਿ ਦਿੱਤਾ ਕਿ ਕਿਸਾਨ ਅੰਦੋਲਨ ਐਵੇਂ ਕਰ ਰਹੇ ਨੇ ਔਰ ਇੰਡਸਟਰੀ ਦਾ ਬਹੁਤ ਵੱਡਾ ਲਾਸ ਹੋ ਗਿਆ ਪੰਜਾਬ ਦੇ ਵਿੱਚੋਂ, ਇਹ ਗੱਲਾਂ ਕਹਿ ਰਹੇ ਨੇ। ਹੁਣ ਬੀਜੇਪੀ ਉਹਨਾਂ ਦੇ ਬਿਆਨ ਲੈ ਕੇ ਟਾਰਗੇਟ ਕਰ ਰਹੀ ਹੈ ਕਿਸਾਨਾਂ ਨੂੰ। ਉਹਨਾਂ ਦੇ ਬਿਆਨ ਉਹਨਾਂ ਨੇ ਤਾਂ ਇਸ ਟਾਈਮ ਦੇਖੋ, ਬਿਆਨ ਉਹਨਾਂ ਤੋਂ ਦਵਾਏ ਗਏ ਆ, ਉਹਨਾਂ ਤੋਂ ਦਵਾਏ ਗਏ ਆ, ਔਰ ਉਹ ਬਿਆਨ ਉਹਨਾਂ ਨੇ ਦਿੱਤੇ ਆ। ਉਹਨਾਂ ਨੂੰ ਹਲੇ ਵੀ ਕੋਈ ਮਤਲਬ ਹੋਣੀ ਆ ਵੀ ਮੈਨੂੰ ਕੋਈ ਮਾੜੀ ਮੋਟੀ ਪੋਜੀਸ਼ਨ ਮਿਲ ਜਾਵੇ। ਦੇਖੋ 94 ਜਾਂ ਮੇਰਾ ਖਿਆਲ ਹੈ ਇੰਨੀ ਉਮਰ ਦੇ ਹੋਣੇ ਆ, 93 94 95 ਸਾਲ ਦੇ ਬੰਦੇ ਦੀ ਜਦੋਂ ਬੰਦਾ ਇਸ ਕਿਸਮ ਦੇ ਰਿਗਮਾ ਰੋਲ 'ਚ ਪੈ ਜਾਂਦਾ ਨਾ, ਫਿਰ ਉਹਦੀ ਖਾਹਿਸ਼ ਮੁੱਕਦੀ ਨਹੀਂ। ਉਹ ਕਹਿੰਦਾ ਵੀ ਮੈਂ ਠੀਕ ਆ, ਮੈਂ 100 ਸਾਲ 105 ਸਾਲ ਦੀ ਉਹ ਇੱਕ ਬੜੀ ਮਰੀਆਂ ਜਿਹੜੀ ਰੇਸਾਂ ਲਾਉਂਦੀ ਸੀ, ਕੀ ਨਾ ਬੇਬੇ ਮਾਨ ਕੌਰ, ਵੀ ਮੈਂ 105 ਸਾਲ ਤੱਕ ਚੱਲੂਗਾ, ਕੋਈ ਨਾ ਕੋਈ ਚਾਂਸਲਰ ਕਿਸੇ ਨਾ ਕਿਸੇ ਜਗ੍ਹਾ ਮੈਨੂੰ ਮੌਕਾ ਮਿਲ ਜਾਵੇ। ਤੋ ਬੰਦੇ ਦੀ ਖਾਹਿਸ਼ ਨਹੀਂ ਨਾ ਮੁੱਕਦੀ, ਬੰਦਾ ਮੁੱਕ ਜਾਂਦਾ। ਜਿਹੜੀਆਂ ਬੰਦੇ ਦੀਆਂ ਖਾਹਿਸ਼ਾਂ ਹੈਗੀਆਂ ਅਨਫੋਰਚੂਨੇਟਲੀ ਉਹ ਨਹੀਂ ਮੁੱਕਦੀਆਂ। ਉਹਨਾਂ ਬੰਦਿਆਂ ਦੀਆਂ ਖਾਹਿਸ਼ਾਂ ਮੁੱਕਦੀਆਂ ਜਿਹੜੇ ਸਮਰਪਿਤ ਹੁੰਦੇ ਆ ਮਾਨਵਤਾ ਦੇ ਲਈ ਜਾਂ ਰੱਬ ਦੇ ਲਈ ਜਾਂ ਸੱਚਾਈ ਦੇ ਲਈ। ਤੋ ਇਸ ਕਿਸਮ ਦੀ ਤਾਂ ਮੈਨੂੰ ਕੋਈ ਝਲਕ ਉਹਨਾਂ ਤੋਂ ਸਰਦਾਰਾ ਸਿੰਘ ਜੌਹਲ ਤੋਂ ਮਿਲਦੀ ਨਹੀਂ ਹੈ। ਤੋ ਮੇਰਾ ਮਤਲਬ ਗੱਲ ਆ ਵੀ ਉਹ ਖਾਹਿਸ਼ ਉਹਨਾਂ ਦੀ ਹਲੇ ਪੂਰੀ ਫੁੱਲਫਿਲ ਨਹੀਂ ਹੋਣੀ, ਹੋ ਇਸ ਕਰਕੇ ਵਿਚਾਰੇ ਉਹ ਤਰਲੋ ਮੱਛੀ ਹੋ ਰਹੇ ਆ। ਪ੍ਰੋਫੈਸਰ ਸਾਹਿਬ, ਮੈਂ ਇਹ ਜਾਣਨਾ ਚਾਹ ਰਿਹਾ ਸੀਗਾ ਕਿ ਹਿਸਟਰੀ ਨਾਲ ਰਿਲੇਟ ਕਰਕੇ, ਕਿਉਂਕਿ ਕਿਸੇ ਵੀ ਚੀਜ਼ ਦੇ ਬਾਰੇ ਕਿਸੇ ਨੇ ਜਾਣਕਾਰੀ ਲੈਣੀ ਹੁੰਦੀ ਹੈ, ਖਾਸ ਕਰਕੇ ਸਾਡੇ ਭਾਈਚਾਰੇ ਵਾਲੇ ਲੋਕ ਤਾਂ ਉਹ ਰੁੱਖ ਕਰਦੇ ਤੁਹਾਡਾ ਕਿ ਜੀ ਹਿਸਟਰੀ ਨਾਲ ਜੁੜੀ ਹੋਈ ਇਹ ਚੀਜ਼ ਸਾਨੂੰ ਦੱਸੋ। ਮੈਂ ਇਹ ਜਾਣਨਾ ਚਾਹ ਰਿਹਾ ਸੀਗਾ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਹੋਈਆਂ, ਕਿਸੇ ਨੇ ਕਿਸ ਤਰੀਕੇ ਨਾਲ ਪ੍ਰਚਾਰ ਕੀਤਾ, ਕਿਸੇ ਨੇ ਕਿਸੇ ਤਰੀਕੇ ਨਾਲ। ਪ੍ਰਚਾਰ ਦੌਰਾਨ ਇਹ ਗੱਲ ਵੀ ਆਈ ਕਿ ਇਹ ਅੰਦੋਲਨ ਇੰਨਾ ਪ੍ਰਫੁੱਲਤ ਇਸ ਕਰਕੇ ਹੋਇਆ ਕਿਉਂਕਿ ਪੰਜਾਬ ਦੀ ਹਿਸਟਰੀ ਨੂੰ ਜੇ ਅਸੀਂ ਰਿਲੇਟ ਕਰਕੇ ਦੇਖਦੇ ਹਾਂ ਤਾਂ ਐਗਜ਼ਾਮਪਲ ਦਿੱਤੇ ਗਏ ਕਿ ਇਸ ਤਾਂ ਸਿਕੰਦਰ ਵਰਗਿਆਂ ਨੂੰ ਝੁਕਾ ਦਿੱਤਾ ਸੀ, ਬਹੁਤ ਸਾਰੇ ਵੱਡੇ ਵੱਡੇ ਸ਼ਾਸਕ ਆਏ ਉਹਨਾਂ ਨੂੰ ਝੁਕਾ ਕੇ ਤੋਰਿਆ, ਇਹ ਗੱਲ ਕਹੀ ਜਾਂਦੀ ਹੈ। ਕੀ ਵਾਕਈ ਮੰਨਦੇ ਹੋ ਤੁਸੀਂ ਇਹ ਕਾਰਨ ਹੈਗਾ ਕਿ ਪੰਜਾਬ ਤੋਂ ਨੇ ਲੀਡ ਕੀਤਾ ਇਸ ਕਰਕੇ ਇੰਨੀ ਵੱਡੀ ਪੋਜੀਸ਼ਨ ਤੇ ਪਹੁੰਚਿਆ? ਪੰਜਾਬ ਦੀ ਜਿਹੜੀ ਮਾਨਸਿਕਤਾ ਉਹ ਗੁਰੂ ਦੀ ਵਿਚਾਰਧਾਰਾ ਦੇ ਨਾਲ ਜੁੜੀ ਹੋਈ ਹੈ। ਗੁਰੂ ਦੀ ਵਿਚਾਰਧਾਰਾ ਦੇ ਵਿੱਚ ਇਹ ਆ ਵੀ ਜਿੱਥੇ ਵੀ ਕੋਈ ਦੁੱਖ ਤਕਲੀਫ ਐਕਸਪਲੋਇਟੇਸ਼ਨ ਹੁੰਦੀ ਆ, ਆਪਣੀ ਆਵਾਜ਼ ਬੁਲੰਦ ਕਰੋ। ਤੁਹਾਡੇ ਨਾਲ ਹੋ ਰਹੀ ਹੈ ਤੁਸੀਂ ਕਰੋ, ਜੇ ਆਂਢੀ ਗੁਆਂਢੀ ਆਲੇ ਦੁਆਲੇ ਨਾਲ ਕਿਸੇ ਨਾਲ ਹੋ ਰਹੀ ਹੈ ਤਾਂ ਵੀ ਕਰੋ, ਉਹਦੇ ਹੱਕ ਵਿੱਚ ਵੀ ਹਾਂ ਦਾ ਨਾਰਾ ਮਾਰੋ। ਇਹ ਗੱਲ ਬਹੁਤ ਵੱਡੀ ਹੈ, ਇਹ ਸਾਡੀ ਮਾਨਸਿਕਤਾ ਦਾ ਪਾਰਟ ਆ। ਇਹ ਮਾਨਸਿਕਤਾ ਸਾਨੂੰ ਗੁਰੂ ਨਾਨਕ ਨੇ ਦਿੱਤੀ ਹੈ। ਗੁਰੂ ਨਾਨਕ ਨੇ ਉਸ ਵੇਲੇ ਬਾਬਰ ਨੇ ਹਿੰਦੁਸਤਾਨ 'ਤੇ ਹਮਲਾ ਕੀਤਾ, ਬਾਬਰ ਨੂੰ ਜਾਬਰ ਕਿਹਾ, ਇੱਤੀ ਮਾਰ ਪਈ ਕੁਰਲਾਣੇ ਤੇ ਰੱਬ ਨੂੰ ਮਿਹਣਾ ਦਿੱਤਾ, ਰੱਬ ਨੂੰ ਮਿਹਣਾ ਦਿੱਤਾ। ਬਾਬਰ ਨੂੰ ਜਾਬਰ ਕਹਿਣਾ, ਐਡਾ ਮਾਈਟੀਐਸਟ ਆਫ ਦੀ ਮਾਈਟੀ ਐਂਪਰਰ ਤੇ ਮਤਲਬ ਇਨਵੇਡਰ ਸੀ, ਉਹ ਕੁਛ ਵੀ ਕਰ ਸਕਦਾ ਸੀ। ਕਿਤਨੀ ਜੁਰਤ ਦਿਖਾਈ ਆ ਇੱਕ ਸਧਾਰਨ ਮਤਲਬ ਉਸ ਵੇਲੇ ਗੁਰੂ ਨਾਨਕ ਹੋਣੇ ਆ, ਉਹਨਾਂ ਨੇ ਇਹ ਗੱਲ ਕਹੀ, ਉਹਨਾਂ ਦੀ ਆਤਮਾ 'ਚ ਜੁੜੀ ਗਈ ਕਿ ਕਿਸ ਤਰੀਕੇ ਨਾਲ ਅਤਿਆਚਾਰ ਹੋ ਰਹੇ, ਕਿਸ ਤਰੀਕੇ ਨਾਲ ਲੋਕਾਂ ਦੇ ਨਾਲ ਜ਼ੁਲਮੋ ਸਿਤਮ ਹੋ ਰਿਹਾ। ਉਹ ਇਸ ਗੱਲ ਨੂੰ ਸਹਿਣ ਨਹੀਂ ਕਰ ਸਕੇ, ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ, ਰੱਬ ਨੂੰ ਵੀ ਮਿਹਣਾ ਮਾਰਿਆ ਵੀ ਤੂੰ ਕਿਸ ਕਿਸਮ ਦਾ ਰੱਬ ਆ, ਕਿੱਥੇ ਬੈਠਾ ਤੂੰ। ਤੋ ਰੱਬ ਦੇ ਮਤਲਬ ਰੱਬ ਦੇ ਰਾਹੀਂ, ਰੱਬ ਨੂੰ ਕਹਿਣ ਦੇ ਰਾਹੀਂ ਲੋਕਾਂ ਦੀ ਆਤਮਾ ਨੂੰ ਝੰਜੋੜਿਆ ਉਹਨਾਂ ਨੇ। ਸਿੱਖ ਦੀ ਆਤਮਾ ਝੰਜੋੜੀ ਜਾਂਦੀ ਆ ਜਦੋਂ ਉਸ ਦੇ ਨਾਲ ਇਨਜਸਟਿਸ ਹੁੰਦਾ, ਉਸ ਦੇ ਨਾਲ ਬੇਇਨਸਾਫੀ ਹੁੰਦੀ ਆ, ਉਸ ਦੇ ਨਾਲ ਜ਼ੁਲਮੋ ਸਿਤਮ ਹੁੰਦਾ, ਨਾਲ ਦੇ ਨਾਲ ਕਿਸੇ ਨਾਲ ਹੁੰਦਾ। ਤੋ ਸਿੱਖਾਂ ਨੇ ਲੀਡਰਸ਼ਿਪ ਦਿੱਤੀ ਆ ਇਸ ਸੰਘਰਸ਼ ਨੂੰ। ਜਿਸ ਕਿਸਮ ਦੀ ਚੀਜ਼ ਜਿਹੜੀ ਆ ਇਹ ਕਰ ਰਿਹਾ ਮੋਦੀ ਟੋਟਲ ਕਾਰਪੋਰੇਟ ਜਿਹੜੇ ਘਰਾਣੇ ਆ ਉਹਨਾਂ ਦਾ ਇੱਕ ਜਮੂਰਾ, ਔਰ ਉਹ ਅੱਗੇ ਪਲੇ ਕਰ ਰਿਹਾ, ਉਹਨੂੰ ਪਲੇ ਕਰਾ ਰਹੇ ਆ। ਜਿਸ ਤਰ੍ਹਾਂ ਹੁੰਦਾ ਨਾ ਆ ਜਿਹੜੀਆਂ ਹੁੰਦੀਆਂ ਜਿਨ੍ਹਾਂ ਨੂੰ ਤਾਰਾਂ ਨਾਲ ਨਚਾਉਂਦੇ ਆ, ਕੀ ਉਹਨਾਂ ਨੂੰ ਕਹਿੰਦੇ ਆ, ਉਹ ਮਤਲਬ ਉਹ ਉਸ ਤਰ੍ਹਾਂ ਦਾ ਕਠਪੁਤਲੀ।
ਮੋਦੀ ਕਠਪੁਤਲੀ ਆ, ਮੋਦੀ ਕੁਝ ਵੀ ਨਹੀਂ ਹੈ। ਔਰ ਉਹ ਕਠਪੁਤਲੀ ਨੂੰ ਨਚਾਉਣ ਵਾਲੇ ਕੌਣ ਆ? ਗੁਜਰਾਤੀ ਕਾਰਪੋਰੇਟਸ, ਅਡਾਨੀ, ਅੰਬਾਨੀ ਤੇ ਹੋਰ ਇਸ ਕਿਸਮ ਦੇ 2-4 ਹੋਰ, ਸਿਰਫ 2-4 ਬੰਦੇ ਹੀ ਆ। ਪਰ ਉਹਨਾਂ ਤੋਂ ਮੋਦੀ ਨੇ ਬਹੁਤ ਸਾਰੇ ਪੈਸੇ ਲਏ ਵੇ ਇਲੈਕਸ਼ਨ ਫੰਡ ਦੇ ਲਈ, ਤਾਂ ਮੋਦੀ ਉਹਨਾਂ ਦੇ ਅੱਗੇ ਅੱਖ ਚੁੱਕ ਨਹੀਂ ਸਕਦਾ। ਤਾਂ ਉਹਨਾਂ ਨੇ ਆਪਣੇ ਸਵਾਰਥ ਜਿਹੜੇ ਆ, ਉਹਨਾਂ ਦੇ ਤਾਂ ਅਨਲਿਮਿਟਿਡ ਸਵਾਰਥ ਆ ਨਾ, ਜਿਨ੍ਹਾਂ ਦੀ ਕੋਈ ਲਿਮਿਟ ਨਹੀਂ। ਮਤਲਬ ਕੋਈ ਬੰਦਾ ਕਹੇ ਵੀ ਮੇਰੇ ਕੋਲ 100 ਕਰੋੜ ਹੋ ਜਾਏ, ਕੋਈ ਬੰਦਾ ਕਹੇ ਮੇਰੇ ਕੋਲ 10,000 ਕਰੋੜ ਹੋ ਜਾਏ, ਉਹ ਤਾਂ ਅਰਬਾਂ ਖਰਬਾਂ। ਔਰ ਦੇਖੋ ਇਸੇ ਪੀਰੀਅਡ ਦੇ ਵਿੱਚ ਜਿਹੜਾ ਅਡਾਨੀ ਆ, ਉਸ ਦੀਆਂ ਰਿਚਸ ਕਿੰਨੇ ਸਕੇਲ ਤੇ ਕਿੰਨੀ ਮੈਸਿਵਲੀ ਵੱਧ ਗਈਆਂ। ਮੁਲਕ ਗਰੀਬ ਹੋ ਗਿਆ ਕਰੋਨਾ ਕਰਕੇ, ਹੋਰ ਕਿਸਾਨਾਂ ਦੀਆਂ ਮੁਸੀਬਤਾਂ ਕਰਕੇ, ਇੰਡਸਟਰੀ ਦੇ ਕ੍ਰਾਈਸਿਸ ਕਰਕੇ। ਲੇਕਿਨ ਦੋਨਾਂ ਕਾਰਪੋਰੇਟ ਘਰਾਣਿਆਂ ਅਡਾਨੀ ਤੇ ਅੰਬਾਨੀ ਘਰਾਣਿਆਂ ਦੀ ਜਿਹੜੀ ਅਮੀਰੀ ਆ, ਉਹ ਇਤਨੀ ਫਾਸਟ ਵਧੀ ਆ ਜਿਹਦਾ ਕੋਈ ਅੰਤ ਹੀ ਨਹੀਂ, ਜਿਸ ਦੀ ਕੋਈ ਇੰਤਹਾ ਹੀ ਨਹੀਂ। ਤੋ ਉਹ ਕੌਣ ਵਧਾ ਰਿਹਾ? ਉਹ ਇਸ ਜਿਹੜੀ ਉਹਨਾਂ ਨੂੰ ਕਨਵੀਨੀਅੰਸ ਪ੍ਰੋਵਾਈਡ ਕੀਤੀ ਜਾ ਰਹੀ ਹੈ, ਉਹ ਮੋਦੀ ਕੰਨਿਓ ਕੀਤੀ ਜਾ ਰਹੀ ਹੈ। ਤੋ ਅੱਜ ਮਤਲਬ ਹੁਣ ਦੇਖੋ ਟਾਟਾ ਦੇ ਉੱਤੇ ਕ੍ਰਾਈਸਿਸ ਆ ਗਿਆ। ਟਾਟਾ ਨੂੰ ਕ੍ਰਿਟੀਸਾਈਜ਼ ਕਿਸ ਤਰੀਕੇ ਨਾਲ ਕਰਿਆ ਜਾ ਰਿਹਾ? ਕਿਉਂਕਿ ਟਾਟਾ ਇੱਕ ਐਸਾ ਕਾਰਪੋਰੇਟ ਘਰਾਣਾ ਜਿਹੜਾ ਆਪਣੇ ਕਾਮਿਆਂ ਦੀ ਵੀ ਵੈਲਫੇਅਰ ਬਾਰੇ ਸੋਚਦਾ। ਤੇ ਇਹ ਲੋਕ ਤਾਂ ਦੋਨੇ ਇਹੋ ਜਿਹੇ ਕਾਰਪੋਰੇਟ ਘਰਾਣੇ ਆ ਜਿਹੜੇ ਆਪਣੇ ਕਾਮਿਆਂ ਲਈ ਜਾਂ ਲੋਕਾਂ ਲਈ ਕਿਸੇ ਕਿਸਮ ਦੀ ਕੋਈ ਚੀਜ਼ ਨਹੀਂ ਸੋਚਦੇ। ਜੇ ਉਹਨਾਂ ਨੇ ਸੈੱਲ ਇੰਟਰੋਡਿਊਸ ਕੀਤੇ ਕਿ ਉਹਨਾਂ ਦਾ ਨਾਮ ਆ, ਉਹ ਵੀ ਪਹਿਲਾਂ ਉਹਨਾਂ ਨੇ ਕਿਹਾ ਵੀ ਇਹ ਫ੍ਰੀ ਹੋਣਗੇ, ਫਿਰ ਉਸ ਤੋਂ ਬਾਅਦ ਚਾਰਜਿਸ ਉਹਨਾਂ ਦੇ ਦੂਜਿਆਂ ਨਾਲੋਂ ਵੀ ਜ਼ਿਆਦਾ, ਏਅਰਟੈਲ ਨਾਲੋਂ ਜਾਂ ਦੂਜਿਆਂ ਨਾਲੋਂ। ਤੋ ਇਸੇ ਤਰੀਕੇ ਦੇ ਨਾਲ ਜਿਹੜੇ ਸਰਕਾਰੀ ਕਾਰਪੋਰੇਟ ਘਰਾਣੇ ਆ, ਇਹਨਾਂ ਚੀਜ਼ਾਂ ਨਾਲ ਡੀਲ ਕਰਦੇ, ਉਹਨਾਂ ਨੂੰ ਖ਼ਤਮ ਕੀਤਾ ਜਾ ਰਿਹਾ ਜਾਣ ਬੁੱਝ ਕੇ, ਤਾਂ ਕਿ ਇਸ ਕਿਸਮ ਦੀ ਗਰਾਊਂਡ ਕ੍ਰੀਏਟ ਕਰ ਦਿੱਤੀ ਜਾਵੇ ਕਿ ਇਹ ਲੋਕ ਆਪਣੀਆਂ ਟਰਮਸ ਦੇ ਉੱਤੇ ਲੋਕਾਂ ਨੂੰ ਮਤਲਬ ਜਿੰਨਾ ਐਕਸਪਲੋਇਟ ਕਰਨਾ ਚਾਹੁੰਦੇ ਆ ਉਹਨਾਂ ਐਕਸਪਲੋਇਟ ਕਰਨ। ਤੋ ਇਸ ਕਰਕੇ ਮੈਂ ਇਹ ਤੁਹਾਨੂੰ ਅੱਗੇ ਵੀ ਇੱਕ ਡਿਬੇਟ ਚੱਲੀ ਸੀ, ਉੱਥੇ ਰਿਫਾਰਮ ਲਫ਼ਜ਼ ਦੇ ਉੱਤੇ ਗੱਲ ਸੀ। ਜਿਹੜਾ ਰਿਫਾਰਮ ਲਫ਼ਜ਼ ਆ ਉਹ ਬੜਾ ਖਤਰਨਾਕ ਲਫ਼ਜ਼ ਹੁੰਦਾ। ਉਹ ਦੇਖਣ ਨੂੰ ਐਪਰੈਂਟਲੀ ਲੱਗਦਾ ਵੀ ਬੜਾ ਚੰਗਾ। ਜਿਸ ਤਰ੍ਹਾਂ ਗੋਰਿਆਂ ਨੇ ਇੰਟਰੋਡਿਊਸ ਕੀਤਾ ਵੀ ਗੁਰਦੁਆਰਾ ਰਿਫਾਰਮ ਮੂਵਮੈਂਟ, ਸਿੱਖਾਂ ਦੀ ਚੱਲੀ ਸੀ ਨਾ ਗੁਰਦੁਆਰਿਆਂ ਨੂੰ, ਗੁਰਦੁਆਰਾ ਰਿਫਾਰਮ ਮੂਵਮੈਂਟ ਸੀ, ਲਿਬਰੇਸ਼ਨ ਆਫ ਗੁਰਦੁਆਰਾ ਸੀ। ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣਾ ਸੀ ਮਹੰਤਾਂ ਪੁਜਾਰੀਆਂ ਦੇ ਕੰਟਰੋਲ ਦੇ ਵਿੱਚੋਂ। ਤੋ ਉਹਨੂੰ ਹੁਣ ਉਹਨਾਂ ਨੇ ਟਰਮ ਐਸੀ ਦੇਤੀ ਵੀ ਲਿਬਰੇਸ਼ਨ ਮੂਵਮੈਂਟ ਆ, ਰਿਫਾਰਮ ਮੂਵਮੈਂਟ ਆ। ਰਿਫਾਰਮ ਮੂਵਮੈਂਟ ਹੁੰਦੀ ਹੈ ਤਬਦੀਲ ਕਰਨਾ, ਕਿਸੇ ਦਾ ਚੇਂਜ ਕਰ ਦੇਣਾ, ਕਰੈਕਟਰ ਬਦਲ ਦੇਣਾ। ਅਸੀਂ ਸਿੱਖੀ ਦਾ ਕਰੈਕਟਰ ਨਹੀਂ ਬਦਲ ਸਕਦੇ। ਸਿੱਖੀ ਦਾ ਕਰੈਕਟਰ ਗੁਰੂ ਦੀ ਦੇਣ ਆ, ਗੁਰੂ ਦੀ ਹੈਰੀਟੇਜ ਆ। ਤੋ ਮਤਲਬ ਉਹਨਾਂ ਨੇ ਸਿਰਫ ਸਿੱਖੀ ਨੂੰ ਡਿਸਮੈਂਟਲ ਕਰਨ ਦੇ ਲਈ ਹਰ ਇਸ ਕਿਸਮ ਦਾ ਈਡੀਅਮ ਤੇ ਲਫ਼ਜ਼ ਯੂਜ਼ ਕੀਤਾ, ਜਿਹਨੂੰ ਮਤਲਬ ਬੜੇ ਪੜ੍ਹੇ ਲਿਖੇ ਬੰਦੇ ਹੀ ਸਮਝ ਸਕਦੇ ਆ। ਵਿਚਾਰਾ ਆਮ ਸਧਾਰਨ ਆਦਮੀ ਤਾਂ ਉਸ ਲਫ਼ਜ਼ ਦੇ ਫਰੇਮਵਰਕ ਦੇ ਵਿੱਚ ਹੀ ਉਲਝ ਜਾਂਦਾ। ਜਿਸ ਤਰ੍ਹਾਂ ਹੁਣ ਆਮ ਜਿਹੜੇ ਇਹਦਾ ਵਿਰੋਧ ਵੀ ਕਰਦੇ ਆ, ਉਹ ਰਿਫਾਰਮ ਹੀ ਕਹੀ ਜਾਂਦੇ। ਉਹ ਰਿਫਾਰਮ ਹੀ ਨਹੀਂ ਹੈਗੇ, ਇਹ ਕਾਲੇ ਘਾਤਕ ਕਾਨੂੰਨ ਆ। ਜਿਹੜੇ ਕਿਸਾਨ ਲੋਕ ਆ ਉਹਨਾਂ ਨੂੰ ਖ਼ਤਮ ਕਰਨ ਦੀ ਇੱਕ ਬਹੁਤ ਵੱਡੀ ਕੰਸਪੀਰੇਸੀ ਆ, ਚਾਲ ਆ। ਮੈਂ ਦਾਦ ਦਿੰਦਾ ਕਿਸਾਨ ਲੀਡਰਾਂ ਨੂੰ ਜਾਂ ਕਿਸਾਨਾਂ ਨੂੰ, ਆਮ ਕਿਸਾਨਾਂ ਨੂੰ, ਜਿਹੜੇ ਇਸ ਗੱਲ ਦੀ ਬਰੀਕੀ ਨੂੰ ਸਮਝਦੇ। ਔਰ ਇਸੇ ਕਰਕੇ ਉਹਨਾਂ ਨੇ ਕਿਹਾ ਕਾਲੇ ਕਾਨੂੰਨ। ਜਦੋਂ ਤੁਸੀਂ ਕਾਲੇ ਕਾਨੂੰਨ ਕਹਿਤਾ, ਫਿਰ ਉਸ ਦੀ ਤਾਂ ਡਿਟੇਲ 'ਚ ਜਾਣ ਦੀ ਲੋੜ ਨਹੀਂ ਨਾ ਤੁਹਾਨੂੰ। ਤੋ ਇਸ ਕਰਕੇ ਬਹੁਤ ਸਵੱਛ ਸਹੀ ਕਿਸਮ ਦੀ ਸਟਰਗਲ ਆ। ਔਰ ਇਸ ਸਟਰਗਲ ਦੇ ਵਿੱਚੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਇਹ ਗੱਲ ਮੈਂ ਤਾਂ ਕਦੇ ਪ੍ਰੈਡਿਕਟ ਕਰਦਾ ਨਹੀਂ, ਪਰ ਹਿਸਟੋਰੀਅਨ ਦੇ ਤੌਰ 'ਤੇ ਜਿਸ ਕਿਸਮ ਦਾ ਹਿਸਟਰੀ ਦਾ ਕਰਾਫਟ ਮੈਂ ਪੜ੍ਹਿਆ ਜਾਂ ਮੈਂ ਸਮਝਿਆ ਜਾਂ ਸਿੱਖਿਆ, ਉਸ ਤੋਂ ਮੈਂ ਦੱਸ ਦੇਣਾ ਕਿ ਮੋਦੀ ਦੀ ਸ਼ਾਖ ਬਹੁਤ ਬੁਰੀ ਤਰ੍ਹਾਂ ਗਿਰ ਜਾਏਗੀ। ਅੱਜ ਸਾਰੇ ਹਿੰਦੁਸਤਾਨ ਦਾ ਜਿਹੜਾ ਕਿਸਾਨ ਆ ਉਹ ਇਕਮੁੱਠ ਹੋ ਚੁੱਕਿਆ, ਉਹ ਜਾਗਰੂਕ ਹੋ ਚੁੱਕਿਆ, ਉਸ ਦੀ ਐਜੂਕੇਸ਼ਨ ਪ੍ਰੋਪਰ ਹੋ ਗਈ ਹੈ, ਉਹ ਇਸ ਸੰਘਰਸ਼ ਦੇ ਨਾਲ ਜੁੜ ਚੁੱਕਿਆ। ਮੈਂ ਵੀਕ ਮੈਗਜ਼ੀਨ ਨਿਕਲਦਾ ਨਾ, ਉਹਦੇ 'ਚ ਆਰਟੀਕਲ ਲਿਖਿਆ ਸੀ ਇਸੇ। ਮੈਂ ਕਿਹਾ ਵੀ ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਕਿਰਤ ਕਿਸ ਚੀਜ਼ ਦੀ ਆ? ਉੱਤਮ ਖੇਤੀ, ਮੱਧ ਵਪਾਰ, ਤਿਰਗ ਚਾਕਰੀ। ਗੁਰੂ ਨਾਨਕ ਮਹਾਰਾਜ ਦਾ ਹੁਕਮ ਆ ਉੱਤਮ ਖੇਤੀ। ਖੇਤੀ ਉੱਤਮ ਖੇਤੀ ਇੱਕ ਐਸਾ ਪ੍ਰੋਫੈਸ਼ਨ ਆ ਜਿਸ ਦੇ ਵਿੱਚ ਕਿਸੇ ਨਾਲ ਤੁਸੀਂ ਐਕਸਪਲਾਈਟੇਸ਼ਨ ਨਹੀਂ ਕਰਦੇ, ਸਵੱਛ ਆ। ਉਸ ਦੀ ਜਿਹੜੀ ਬਾਈ ਪ੍ਰੋਡਕਟ ਆ ਉਹ ਵੀ ਇੱਕ ਨਿਰੋਲ ਆ। ਉਹ ਲੋਕਾਂ ਦੀ ਜਿਹੜੀ ਭੁੱਖ ਆ ਪੇਟ ਦੀ, ਉਸ ਨੂੰ ਤੁਸੀਂ ਭਰਦੇ ਹੋ, ਸਮਝੇ ਕਿ ਨਹੀਂ? ਉਸ ਦੇ 'ਚ ਅਮੀਰ ਦੀ ਵੀ ਭੁੱਖ ਭਰੀ ਜਾਂਦੀ ਆ, ਗਰੀਬ ਦੀ ਵੀ, ਭਿਖਾਰੀ ਦੀ ਵੀ, ਸਮਝੇ? ਤੋ ਇਸ ਕਰਕੇ ਮਹਾਰਾਜ ਨੇ ਕੀ ਕੀਤਾ ਅਖੀਰ ਦੇ ਵਿੱਚ? ਵਪਾਰ ਵੀ ਕੀਤਾ ਮਹਾਰਾਜ ਨੇ, ਨੌਕਰੀ ਵੀ ਕੀਤੀ। ਅਖੀਰ ਦੇ ਵਿੱਚ ਜਦੋਂ ਅਖੀਰਲੀ ਉਮਰ 18 ਸਾਲ ਮਹਾਰਾਜ ਦੇ ਕਰਤਾਰਪੁਰ ਦੇ ਵਿੱਚ ਖੇਤੀ ਕੀਤੀ ਉਹਨਾਂ ਨੇ। ਤੋ ਇਸ ਕਰਕੇ ਦੁਨੀਆ ਨੂੰ ਆਦੇਸ਼ ਦਿੱਤਾ ਵੀ ਖੇਤੀ ਇੱਕ ਉੱਤਮ ਚੀਜ਼ ਆ
ਜਿਸ ਦੇ ਵਿੱਚ ਕੋਈ ਹੇਰਾਫੇਰੀ ਠੱਗੀ ਠੋਰੀ ਹੁੰਦੀ ਨਹੀਂ, ਕੋਈ ਚਾਲਬਾਜ਼ੀ ਨਹੀਂ ਹੁੰਦੀ, ਕੋਈ ਮਿਲਾਵਟ ਨਹੀਂ ਹੁੰਦੀ। ਤੋ ਇਸ ਕਰਕੇ ਇਹ ਇੱਕ ਬਹੁਤ ਉੱਤਮ ਪ੍ਰੋਫੈਸ਼ਨ ਆ ਔਰ ਇਹ ਜਿਹੜਾ ਸੰਘਰਸ਼ ਚੱਲ ਰਿਹਾ ਇਹ ਬਹੁਤ ਸਹੀ ਸੰਘਰਸ਼ ਆ, ਸਹੀ ਲਿਖਾਂ ਤੇ ਚੱਲ ਰਿਹਾ। ਇੱਕ ਇਹਦੀ ਬਹੁਤ ਖੂਬਸੂਰਤੀ ਆ, ਦੇਖੋ ਉਹ ਖੂਬਸੂਰਤੀ ਇਹ ਆ ਕਿ ਬਹੁਤ ਸਾਰੇ ਸੰਘਰਸ਼ ਚੱਲਦੇ ਆ ਤਾਂ ਉਹ ਲੀਡਰਾਂ ਦੇ ਕੰਟਰੋਲ 'ਚ ਹੁੰਦਾ। ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਬੜੇ ਸੰਘਰਸ਼ ਚੱਲੇ, ਧਰਮ ਯੁੱਧ ਮੋਰਚਾ ਚੱਲਿਆ, ਧਰਮ ਯੁੱਧ ਮੋਰਚਾ ਦੀ ਜਿਹੜੀ ਵਾਗਡੋਰ ਸੀ ਉਹ ਹਰਚੰਦ ਸਿੰਘ ਲੌਂਗੋਵਾਲ ਨੂੰ ਫੜਾਤੀ। ਉਸ ਨੇ ਕਿਹਾ ਵੀ ਉੱਥੇ ਸਹੁੰ ਖਾ ਕੇ ਵੀ ਮੈਂ ਤਾਂ ਮਰਜੀਵੜੇ ਇਕੱਠੇ ਵੀ ਕਰ ਲਏ ਸ਼੍ਰੀ ਅਕਾਲ ਤਖਤ ਸਾਹਿਬ। ਮਰਜੀਵੜਾ ਜਦੋਂ ਅਟੈਕ ਹੋਇਆ ਦਰਬਾਰ ਸਾਹਿਬ ਤੇ ਘੱਲੂਘਾਰਾ ਹੋਣਾ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਸਰੈਂਡਰ ਉਸ ਮਰਜੀਵੜੇ ਨੇ ਕੀਤਾ। ਮਰਜੀਵੜਾ ਜਿਉਂਦਾ ਜਾਗਦਾ ਵੀ ਰਿਹਾ, ਸਮਝ ਕਿ ਨਹੀਂ। ਤੋ ਮੇਰਾ ਮਤਲਬ ਕਹਿਣ ਦਾ ਇਹ ਆ ਵੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਦੇ ਪਿੱਛੇ ਬਹੁਤ ਚੀਜ਼ਾਂ ਹੁੰਦੀਆਂ। ਤੋ ਇਸ ਕਰਕੇ ਜਿਹੜੇ ਇਹ ਲੋਕ ਆ ਨਾ, ਇਹਨਾਂ ਨੇ ਇੱਕ ਬਹੁਤ ਕਮਾਲ ਦੀ ਗੱਲ ਆ। ਇਸ ਜਿਹੜਾ ਸੰਘਰਸ਼ ਆ, ਜਦੋਂ ਇਸ ਦਾ ਇਤਿਹਾਸ ਦੇ ਵਿੱਚ ਐਨਾਲਿਸਿਸ ਹੋਏਗਾ, ਹਿਸਟੋਰੀਅਨ ਇਸ ਦੀ ਛਾਣਬੀਨ ਕਰਨਗੇ ਕੁਛ ਦੇਰ ਤੋਂ ਬਾਅਦ, ਤਾਂ ਉਹ ਦੇਖਣਗੇ ਵੀ ਲੀਡਰਸ਼ਿਪ ਦੇ ਕੰਟਰੋਲ 'ਚ ਬਹੁਤ ਘੱਟ ਆ। ਮਾਸਿਸ ਦੇ ਇਟ ਇਜ਼ ਏ ਮਾਸ ਅਪਸਰਜ। ਦੁਨੀਆ ਦੇ ਵਿੱਚੋਂ ਉੱਠੀ ਵੀ ਇੱਕ ਬਗਾਵਤ ਹੈ ਔਰ ਲੋਕ ਜਾਗਰੂਕ ਹੋਏ ਵੇ। ਆ ਦੇਖੋ ਇੱਥੇ ਚੰਡੀਗੜ੍ਹ ਦੇ ਵਿੱਚ ਹੀ ਤੁਸੀਂ ਦੇਖੋ, ਚੌਂਕ ਦੇ ਵਿੱਚ ਲੜਕੇ ਯੰਗ, ਲੜਕੀਆਂ ਯੰਗ, ਬੁੱਢੇ ਨੌਜਵਾਨ ਖੜੇ ਹੁੰਦੇ, ਰਾਤ ਤੱਕ ਖੜੇ ਰਹਿੰਦੇ ਆ, ਮੀਂਹ ਪੈਂਦਿਆਂ 'ਚ ਖੜੇ ਰਹਿੰਦੇ ਆ, ਧੁੱਪਾਂ ਵਿੱਚ ਖੜੇ ਰਹਿੰਦੇ ਆ ਔਰ ਸਰਦੀ 'ਚ ਖੜੇ ਰਹਿੰਦੇ ਆ। ਔਰ ਚੌਂਕਾਂ ਤੇ ਦੇਖਣ ਨੂੰ ਮਿਲਦੀਆਂ। ਚੌਂਕਾਂ ਤੇ ਪਰ ਜਗ੍ਹਾ ਇੱਕ ਚੀਜ਼ ਹੋਰ ਹੈ ਸਰ, ਇੰਸਪਾਇਰ ਕਰਦੀਆਂ ਸਾਨੂੰ। ਜਿੱਦਾਂ ਮੈਨੂੰ ਬੜੀ ਮਤਲਬ ਮੋਰਲ ਸਪੋਰਟ ਮਿਲਦੀ ਹੈ ਜਦੋਂ ਮੈਂ ਲੰਘਦਾ ਉਹਨਾਂ ਕੋਲ। ਮੈਂ ਤਾਂ ਕਿਉਂਕਿ ਮੇਰੀ ਉਮਰ ਦਾ ਤਕਾਜ਼ਾ, ਮੈਂ ਤਾਂ ਉੱਥੇ ਮੇਰਾ ਜੀਅ ਕਰਦਾ ਵੀ ਮੈਂ ਵੀ ਜਾ ਕੇ ਖੜਾ, ਮੈਂ ਵੀ ਉਹਨਾਂ ਦੇ ਹੱਕ ਵਿੱਚ ਨਾਅਰੇ ਲਾਵਾਂ ਵਿਚਾਰੇ, ਕਿਉਂਕਿ ਮੇਰਾ ਬੈਕਗਰਾਊਂਡ ਵੀ ਕਿਸਾਨੀ ਹੈ। ਪਰ ਮੈਂ ਉਹਨਾਂ ਨੂੰ ਦਾਤ ਦਿੰਦਾ ਉਹਨਾਂ ਬੱਚਿਆਂ ਨੂੰ ਕਿ ਉਹ ਜਾਗਰੂਕ ਆ। ਇਸ ਸੰਘਰਸ਼ ਨੇ ਜਨਤਾ ਨੂੰ ਜਗਾ ਦਿੱਤਾ। ਜਨਤਾ ਜਨਾਰਦਨ, ਜਨਤਾ ਜਨਤਾ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਹੈ, ਸਮਝੇ ਕਿ ਨਹੀਂ। ਉਹਨਾਂ ਨੇ ਜਨਤਾ ਨੂੰ ਜਾਗਰੂਕ ਕਰ ਦਿੱਤਾ ਔਰ ਜਨਤਾ ਖੜੀ ਹੋ ਚੁੱਕੀ ਹੈ ਅੱਜ ਸਾਰੇ ਹਿੰਦੁਸਤਾਨ ਦੀ ਸਪੋਰਟ ਦੇ ਵਿੱਚ। ਬਹੁਤ ਵੱਡੇ ਆਦਮੀ ਜਿਹੜੇ ਆਪਣੇ ਆਪ ਦੇ ਵਿੱਚ ਇੱਕ ਇੰਸਟੀਟਿਊਸ਼ਨ ਆ। ਜਿਵੇਂ ਚੌਵਸਕੀ ਦੀ ਗੱਲ ਕਰਾਂ, ਚੌਵਸਕੀ ਦਾ ਤੁਸੀਂ ਨਾਂ ਵੀ ਲਓਗੇ ਨਾ, ਜਿਹੜੇ ਬਹੁਤ ਪੜ੍ਹੇ ਲਿਖੇ ਵਿਦਵਾਨ ਆ ਉਹ ਸਿਰ ਝੁਕਾ ਦਿੰਦੇ ਆ ਉਸਦੇ ਨਾਂ। ਅਮਿਤਰਾ ਸੇਨ ਦਾ ਤੁਸੀਂ ਨਾਂ ਲਓ, ਇਸੇ ਤਰੀਕੇ ਹੋਰ ਲੋਕਾਂ ਦਾ ਨਾਂ ਲਓ। ਤਾਂ ਮੇਰਾ ਮਤਲਬ ਕਹਿਣ ਦਾ ਇਹ ਆ ਕਿ ਇਸ ਸੰਘਰਸ਼ ਨੇ ਦੁਨੀਆ ਨੂੰ ਬਹੁਤ ਕੁਛ ਦਿੱਤਾ। ਇਹ ਦੁਨੀਆ ਦੇ ਲਈ ਲਾਈਟ ਹਾਊਸ ਹੈ, ਪੰਜਾਬ ਦੇ ਲਈ ਨਹੀਂ ਜਾਂ ਹਿੰਦੁਸਤਾਨ ਦੇ ਲਈ ਨਹੀਂ, ਦੁਨੀਆ ਲਈ ਲਾਈਟ ਹਾਊਸ। ਅੱਜ ਦੁਨੀਆ ਦੇ ਸਾਰੇ ਜਿਹੜੇ ਕਿਸਾਨੀ ਨਾਲ ਹਮਦਰਦੀ ਰੱਖਦੇ ਆ ਜਾਂ ਕਿਸਾਨੀ ਦੇ ਵਿੱਚ ਉਹ ਹੈਗੇ ਆ ਪ੍ਰੋਫੈਸ਼ਨ 'ਚ, ਉਹ ਇਸ ਸਟਰਗਲ ਨੂੰ ਦੇਖ ਰਹੇ ਆ, ਵਾਚ ਕਰ ਰਹੇ ਔਰ ਇਸ ਨੂੰ ਓਬਜ਼ਰਵ ਕਰਕੇ ਇਸ 'ਤੇ ਕਮੈਂਟ ਕਰ ਰਹੇ। ਔਰ ਦੇਖੋ ਹੋਰ ਤੁਹਾਨੂੰ ਦੱਸਦਾ, ਨਿਊਯਾਰਕ ਸ਼ਹਿਰ ਦੇ ਵਿੱਚ ਉਹ ਜਿਹੜਾ ਸੈਂਟਰਲ ਪੁਆਇੰਟ ਆ, ਉੱਥੇ ਕਿਸਾਨ ਬੈਠੇ, ਮੰਜੇ ਢਾਹ ਕੇ ਬੈਠੇ। ਕਿੱਡੀ ਖੂਬਸੂਰਤ ਗੱਲ ਹੈ। ਔਰ ਕਿੱਡੀ ਉਸ ਪਹਿਲੀ ਵਾਰ ਉਸ ਜਗ੍ਹਾ ਦੇ ਮੈਨਹਟਨ ਦੇ ਇਤਿਹਾਸ ਦੇ ਵਿੱਚ ਮੈਂ ਉੱਥੇ ਕੰਮ ਕੀਤਾ ਹੋਇਆ, ਕਈ ਮਹੀਨੇ ਕੰਮ ਕੀਤਾ ਹੋਇਆ ਉੱਥੇ। ਤਾਂ ਮਤਲਬ ਮੰਜੇ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਮੇਰਾ ਮਤਲਬ ਉਸ ਜਗ੍ਹਾ ਦੇ ਉੱਤੇ ਕਿਸਾਨ ਬੈਠੇ, ਆਪਣੇ ਬੱਚੇ ਲੈ ਕੇ ਬੈਠੇ, ਆਪਣੇ ਪਰਿਵਾਰ ਲੈ ਕੇ ਬੈਠੇ। ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਆਉਂਦੀਆਂ। ਸਰ ਇੱਕ ਚੀਜ਼ ਹੈ ਕਿ ਜਿੱਦਾਂ ਇਹ ਗੱਲ ਕਹੀ ਜਾਂਦੀ ਹੈ ਕਿ ਕੋਈ ਵੀ ਸੰਘਰਸ਼ ਹੋਵੇ ਜਾਂ ਫਿਰ ਇੱਕ ਐਗਜ਼ਾਮਪਲ ਦਿੱਤਾ ਜਾਂਦਾ ਹੈ ਕਿ ਜਦੋਂ ਆਰਮੀ ਨੂੰ ਕੋਈ ਸੈਨਾਪਤੀ ਲੀਡ ਕਰ ਰਿਹਾ ਹੁੰਦਾ, ਮੰਨ ਲਓ ਸੈਨਾਪਤੀ ਨਾ ਰਵੇ ਤਾਂ ਸੈਨਾ ਵਿਖਰ ਜਾਂਦੀ ਹੈ, ਤਿੱਤਰ ਬਿੱਤਰ ਹੋ ਜਾਂਦੀ ਹੈ। ਪਰ ਤੁਸੀਂ ਇੱਕ ਬੜੀ ਰੌਚਕ ਗੱਲ ਕਹੀ ਹੈ ਕਿ ਇਸ ਨੂੰ ਇੱਕ ਕਿਸੇ ਲੀਡਰ ਦੇ ਕੰਟਰੋਲ ਦੇ ਵਿੱਚ ਨਹੀਂ, ਆਊਟ ਆਫ ਕੰਟਰੋਲ ਹੈ ਲੀਡਰ ਦੇ, ਤਾਂ ਜਾਂ ਕਹਿ ਲਓ ਕਿ ਕੋਈ ਮਾਸਸ ਜਾਂ ਕੌਣ ਅਪਸਰਜ ਹੁੰਦੇ ਆ ਜਿਸ ਹਿਸਾਬ ਨਾਲ ਰੈਵੋਲੂਸ਼ਨ ਆਉਂਦੇ ਆ ਨਾ, ਮਾਫ ਕਰਨਾ ਮੈਂ ਤੁਹਾਨੂੰ ਦੱਸ, ਦੁਨੀਆ ਵਿੱਚ ਜਿਹੜੇ ਰੈਵੋਲੂਸ਼ਨ ਹੁੰਦੇ, ਬਹੁਤ ਸਾਰੇ ਕਾਮਯਾਬ ਰੈਵੋਲੂਸ਼ਨ ਹੁੰਦੇ ਦੁਨੀਆ ਦੇ ਵਿੱਚ, ਉਹਨਾਂ ਦੇ ਲੀਡਰ ਨਹੀਂ ਹੁੰਦੇ, ਉਹ ਲੀਡਰਲੈਸ ਹੀ ਹੁੰਦੇ। ਉਹ ਆਵਾਮ ਆ ਜਿਹੜਾ ਉੱਠ ਖੜਦਾ। ਆਵਾਮ ਉੱਠ ਕੇ ਇਤਨੀ ਉਸਦੀ ਤਾਕਤ ਹੁੰਦੀ ਹੈ ਤੇ ਉਸ ਦੇ ਸਾਹਮਣੇ ਬੜੀਆਂ ਸਲਤਨਤਾਂ। ਹੁਣ ਕੀ ਹੋਇਆ ਤੁਸੀਂ ਇਹਦੇ ਵਿੱਚ ਦੇਖੋ, ਅਫਗਾਨਿਸਤਾਨ ਦੇ ਵਿੱਚ ਆਵਾਮ ਉੱਠ ਖੜਿਆ ਨਾ, ਕਿੱਡੀ ਬੜੀ ਫੌਜ ਸੀ ਉਹ ਅਫਗਾਨ, ਕੀ ਉਹਦਾ ਨਾਮ, ਗਨੀ ਦੀ, ਕਿ 3.5 ਲੱਖ ਫੌਜ, ਅਸ਼ਰਫ ਗਨੀ ਦੀ 3.5 ਲੱਖ ਫੌਜ ਨੂੰ ਕਮਾਂਡ ਕਰ ਰਿਹਾ ਔਰ ਇੱਕ ਗੋਲੀ ਨਹੀਂ ਚੱਲੀ। ਮੈਂ ਇਸ ਗੱਲ ਤੇ ਬੜਾ ਹੈਰਾਨ ਆ, ਇੱਕ ਗੋਲੀ ਨਹੀਂ ਚੱਲੀ, ਕਿਸੇ ਬੰਦੇ ਨੇ ਪ੍ਰੋਟੈਸਟ ਨਹੀਂ ਕੀਤਾ, ਉਹ ਚੁੱਪ ਕਰਕੇ ਜਾ ਕੇ ਅੰਦਰ ਵੜ ਗਏ। ਜਿਵੇਂ ਜਾਨਾਈ ਹੁੰਦੀ ਹੈ, ਜਿਵੇਂ ਤਾਲਿਬਾਨਾਂ ਨੇ ਜਾਨੇ 'ਚ ਗਏ ਹੁੰਦੇ ਆ, ਉਸੇ ਤਰ੍ਹਾਂ ਜਾ ਕੇ ਉੱਥੇ ਵੜ ਗਏ।
ਤੋ ਕਿੱਡਾ ਪੈਸਾ ਲੱਗਿਆ, ਕਿੱਡੀ ਟ੍ਰੇਨਿੰਗ ਅਮਰੀਕਾ ਨੇ ਦਿੱਤੀ, ਨੇਟੋ ਫੋਰਸਿਸ ਨੇ ਦਿੱਤੀ, ਇੰਡੀਆ ਨੇ ਦਿੱਤੀ, ਹੁਣ ਵੀ ਇੱਥੇ ਟ੍ਰੇਨਿੰਗ ਕਰ ਰਹੇ ਆ IMA ਵਗੈਰਾ ਦੇ ਵਿੱਚ, ਉੱਥੋਂ ਦੇ ਵਿਚਾਰੇ ਜਿਹੜੇ ਉਹ ਅਫਗਾਨੀ ਆ, ਸਮਝੇ ਕਿ ਨਹੀਂ। ਤੋ ਮੇਰਾ ਮਤਲਬ ਕਹਿਣ ਦਾ ਵੀ ਜਦੋਂ ਮਾਸ ਅਪਸਰਜ ਹੁੰਦੀ ਆ ਨਾ, ਉਸ ਦੇ ਵਿੱਚ ਫਿਰ ਕੋਈ ਐ ਨਹੀਂ ਹੁੰਦਾ ਵੀ ਆਹ ਲੀਡਰ ਆ। ਦੀ ਪੀਪਲ ਡੂ ਨਾਟ ਲੁੱਕ ਟੂ ਦੀ ਲੀਡਰ, ਰਾਦਰ ਲੀਡਰਸ ਲੁੱਕ ਟੂ ਦੀ ਪੀਪਲ। ਮਤਲਬ ਇਸੇ ਕਿਸਮ ਦੇ ਰੈਵੋਲੂਸ਼ਨ, ਮੈਂ ਸਾਰੇ ਰੈਵੋਲੂਸ਼ਨ ਪੜ੍ਹਾਏ ਵੀ ਆ, ਪੜ੍ਹੇ ਵੀ ਆ। ਰਸ਼ੀਅਨ ਰੈਵੋਲੂਸ਼ਨ ਦੀ ਵੀ ਇਹੀ ਹਾਲ ਸੀ, ਇਸੇ ਤਰੀਕੇ ਨਾਲ ਜਿਹੜਾ ਫਰੈਂਚ ਰੈਵੋਲੂਸ਼ਨ ਸੀ ਉਹਦੀ ਇਸੇ ਕਿਸਮ ਦੀ ਸੀ, ਅਮਰੀਕਨ ਰੈਵੋਲੂਸ਼ਨ ਦੀ ਇਹੀ ਕਹਾਣੀ। ਤੋ ਇਹ ਮੇਰੀ ਸਮਝ ਜਿੰਨੀ ਕਿ ਮੈਂ ਪੜ੍ਹ ਸਕਿਆ, ਇਹ ਸਾਰੇ ਦੁਨੀਆ ਦੇ ਵੱਡੇ ਰੈਵੋਲੂਸ਼ਨਾਂ ਤੋਂ ਵੱਡਾ ਰੈਵੋਲੂਸ਼ਨ, ਨੂਮੈਰੀਕਲੀ ਵੀ ਜਿੰਨੇ ਲੋਕ ਉੱਥੇ ਇਨਵੋਲਵਡ ਆ, ਜਿੱਡੀ ਤਾਦਾਦ ਦੇ ਵਿੱਚ ਲੋਕ ਇਨਵੋਲਵ ਆ, ਔਰ ਉਹਦੀਆਂ ਜਿਹੜੀਆਂ ਰੂਟਸ ਆ ਉਹ ਪਿੰਡਾਂ ਦੇ ਵਿੱਚ ਆ। ਮੈਂ ਤੁਹਾਨੂੰ ਚੌਂਕ ਚੌਰਾਹਿਆਂ ਦੇ ਉੱਤੇ ਜਗ੍ਹਾ ਜਗ੍ਹਾ ਹੈ। ਔਰ ਇਸੇ ਕਾਰਨ ਕਰਕੇ ਜਿਹੜੀ ਲੀਡਰਸ਼ਿਪ ਆ ਉਹ ਕੋਈ ਜੇ ਉਹਦੇ 'ਚ ਧੋਖਾਧੜੀ ਵੀ ਕਰਨੀ ਚਾਹੇ, ਜਿਵੇਂ ਹਰਚੰਦ ਸਿੰਘ ਲੌਂਗੋਵਾਲ ਦੀ ਮੈਂ ਤੁਹਾਨੂੰ ਗੱਲ ਦਿੱਤੀ ਹੈ, ਕਰ ਨਹੀਂ ਸਕਦੀ ਕਿਉਂਕਿ ਹਰ ਆਦਮੀਆਂ ਦੀਆਂ, ਹਰ ਲੋਕਾਂ ਦੀਆਂ, ਹਰ ਬੱਚਿਆਂ ਦੀਆਂ, ਹਰ ਕਿਸਾਨਾਂ ਦੀਆਂ, ਪਿੰਡਾਂ 'ਚ, ਕਸਬਿਆਂ 'ਚ, ਚੌਰਾਹਿਆਂ ਦੇ ਉੱਤੇ, ਘਰਾਂ ਦੇ ਵਿੱਚ ਪਾਰਟੀਆਂ ਜਿੱਥੇ ਹੁੰਦੀਆਂ ਉੱਥੇ ਉਹ ਗੱਲ ਹੁੰਦੀ ਕਿਸਾਨਾਂ ਦੀ। ਕਿਸਾਨਾਂ ਦਾ ਦਰਦ ਜਿਹੜਾ ਹੈ, ਕਿਸਾਨੀ ਦੀ ਜਿਹੜੀ ਇਹ ਕ੍ਰਾਈਸਿਸ ਆ, ਉਹ ਸ਼ੇਅਰ ਹੋ ਰਿਹਾ ਲੋਕਾਂ ਦੇ ਵਿੱਚ। ਸੋ ਇਹ ਗੱਲ ਬਹੁਤ ਖੂਬਸੂਰਤ ਆ। ਇਸ ਦਾ ਜਦੋਂ ਇਤਿਹਾਸ ਲਿਖਿਆ ਜਾਏਗਾ ਤਾਂ ਬਹੁਤ ਇਸ ਦੀਆਂ ਓਵਰਟੋਨਸ ਹੋਣਗੀਆਂ। ਸਰ ਇੱਕ ਸਵਾਲ ਮੇਰਾ ਇਸੇ ਨੂੰ ਲੈ ਕੇ ਹੈ, ਬੀਜੇਪੀ ਦੇ ਜਿੰਨੇ ਵੀ ਲੋਕ ਨੇ ਖਾਸ ਤੌਰ ਤੇ ਉਹ ਇੱਕ ਚੀਜ਼ ਨੂੰ ਲੈ ਕੇ ਬਹੁਤ ਗੱਲ ਤੇ ਜ਼ੋਰ ਦੇ ਕੇ ਕਹਿੰਦੇ ਆ, ਇਹ ਗੱਲ ਉਹ ਕਹਿੰਦੇ ਕਿ ਪੰਜਾਬ ਨੂੰ ਬਹੁਤ ਵੱਡਾ ਖਾਮਿਆਜਾ ਭੁਗਤਣਾ ਪੈਣਾ ਕਿਸਾਨ ਅੰਦੋਲਨ ਦਾ। ਕੀ ਦੇਖਦੇ ਹੋ ਤੁਸੀਂ? ਪੁੱਛੋ ਕੀ ਖਾਮਿਆਜਾ ਭੁਗਤਣਾ ਪੈਣਾ? ਕਿ ਇੰਡਸਟਰੀ ਜਾ ਰਹੀ ਹੈ ਸਾਰੀ ਔਰ ਬਹੁਤ ਲਾਸ ਹੋ ਰਿਹਾ ਪੰਜਾਬ ਦਾ। ਕੋਈ ਜੇ ਇੰਡਸਟਰੀ ਪੰਜਾਬ ਦੇ ਵਿੱਚ ਫਲਰਿਸ਼ ਕਰੇਗੀ, ਜੇ ਕਮਰਸ ਪੰਜਾਬ ਦੇ ਵਿੱਚ ਫਲਰਿਸ਼ ਕਰੇਗਾ, ਕਿਸ ਦੇ ਉੱਤੇ ਫਲਰਿਸ਼ ਕਰੂਗਾ? ਜੇ ਕਿਸਾਨ ਖੁਸ਼ਹਾਲ ਆ ਤਾਂ ਹੀ ਕਰੂਗਾ। ਹੁਣ ਜੇ ਤੁਸੀਂ ਦੇਖੋ ਆ ਰਾਈਸ ਸ਼ੈਲਰ ਮਿਲ ਆ, ਜੇ ਪੰਜਾਬ 'ਚ ਪ੍ਰੋਡਕਸ਼ਨ ਹੋਊ ਤਾਂ ਹੀ ਰਾਈਸ ਸ਼ੈਲਰ ਮਿਲ ਚੱਲਣਗੇ। ਜੇ ਆਹ ਬ੍ਰੈਡ ਬਣਾਉਣ ਵਾਲੇ ਤਾਂ ਹੀ ਚੱਲਣਗੇ ਜੇ ਕਣਕ ਪੰਜਾਬ 'ਚ ਪੈਦਾ ਹੋ। ਟਰੱਕਾਂ ਦਾ ਬਿਜ਼ਨਸ ਪੰਜਾਬ 'ਚ ਤਾਂ ਹੀ ਚੱਲੂ ਜੇ ਪ੍ਰੋਡਕਸ਼ਨ ਹੋਊਗੀ। ਤੋ ਮੇਰਾ ਮਤਲਬ ਬਹੁਤ ਸਾਰੀਆਂ ਚੀਜ਼ਾਂ ਕਿਸਾਨੀ ਦੇ ਉੱਤੇ ਨਿਰਭਰ ਆ। ਕਿਸਾਨੀ ਇੱਕ ਫਲਕਰਮ ਹੈ, ਉਸ ਫਲਕਰਮ ਦੇ ਆਲੇ ਦੁਆਲੇ ਬਹੁਤ ਸਾਰੀਆਂ ਆ ਵਿਚਾਰਿਆਂ ਦਾ ਜਿਹੜਾ ਜਿੰਨੇ ਕਮਿਸ਼ਨ ਏਜੰਟ ਆ, ਆੜਤੀਏ, ਉਹਨਾਂ ਦਾ ਬਿਜ਼ਨਸ ਕਾਸ ਦੇ ਉੱਤੇ ਚੱਲਦਾ, ਕਿਸਾਨਾਂ 'ਤੇ ਚੱਲਦਾ। ਆ ਮੰਡੀਆਂ ਕਿਸ ਚੀਜ਼ 'ਤੇ ਚੱਲਦੀਆਂ? ਉੱਜੜ ਜਾਣਗੀਆਂ। ਇਹ ਮੰਡੀਆਂ ਨੂੰ ਉਜਾੜਿਆ ਜਾਏਗਾ ਔਰ ਇਸ ਕਿਸਮ ਦੇ ਗੋਡਾਊਨ ਬਣਾਏ ਜਾਣਗੇ ਜਿਹਦਾ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ। ਸੀਲੋਸ ਕਹਿੰਦੇ ਉਹਨਾਂ ਨੂੰ। ਔਰ ਉਹਦੇ 'ਚ ਹਜ਼ਾਰਾਂ ਲੱਖਾਂ, ਔਰ ਹੁਣ ਇਹਨਾਂ ਨੇ ਐਕਟ ਪਾਸ ਕਰ ਦਿੱਤਾ ਵੀ ਤੁਸੀਂ ਕਿੰਨਾ ਵੀ ਮਰਜ਼ੀ ਆ ਜਿਹੜਾ ਉਹ ਅਨਾਜ ਆ ਉਹਨੂੰ ਤੁਸੀਂ ਕਰ ਸਕਦੇ ਹੋ, ਸਟਾਕ ਕਰ ਸਕਦੇ ਹੋ। ਤਾਂ ਇਹ ਕਿਸ ਕਿਸਮ ਦੀ ਕਿਹਨੂੰ ਬੈਨੀਫਿਟ ਦਿੱਤੇ ਜਾ ਰਹੇ? ਮੋਦੀ ਕਿਹਨਾਂ ਦੇ ਹੱਕ ਵਿੱਚ ਖੜਾ? ਇਹ ਗੱਲ ਤਾਂ ਸਪਸ਼ਟ ਕਰ ਦਿੱਤੀ ਆ ਇਸ ਅੰਦੋਲਨ ਨੇ, ਇਸ ਸੰਘਰਸ਼ ਨੇ। ਔਰ ਇਸ ਸੰਘਰਸ਼ ਦੇ ਵਿੱਚ ਕਿੰਨੀਆਂ ਮਤਲਬ ਸ਼ਹਾਦਤਾਂ ਹੋਈਆਂ ਵਿਚਾਰਿਆਂ ਦੀਆਂ, ਕਿਸਾਨਾਂ ਦੀਆਂ। ਤੋ ਉਹ ਜਿਹੜੀਆਂ ਸ਼ਹਾਦਤਾਂ ਉਹਨਾਂ ਦੀਆਂ ਰੂਹਾਂ ਬੋਲ ਰਹੀਆਂ। ਜਿਹੜੇ ਲੋਕ ਹੁਣ ਲੱਗੇ ਹੋਏ ਆ, ਕਿੰਨੇ ਦੁੱਖ ਤਕਲੀਫ, ਕਿੰਨਾ ਮੀਂਹ ਪੈ ਰਿਹਾ, ਕਿੰਨਾ ਪਾਣੀ ਖੜਾ ਉੱਥੇ, ਉਹ ਤਾਂ ਅੰਨਦਾਤਾ, ਉਹ ਰੱਬ ਦਾ ਰੂਪ ਆ। ਕਿਸਾਨ ਰੱਬ ਦਾ ਰੂਪ ਆ। ਕਿਸਾਨ ਨੇ ਕਿਸੇ ਨਾਲ ਹੇਰਾਫੇਰੀ ਕਰਨੀ ਨਹੀਂ, ਉਹ ਕਰ ਸਕਦਾ ਨਹੀਂ, ਉਹਦੇ ਕੋਲ ਗੁੰਜਾਇਸ਼ ਨਹੀਂ ਕਰਨ ਦੀ। ਸਾਈਡ ਇਫੈਕਟ ਦੀ ਗੱਲ ਕੀਤੀ ਜਾਵੇ ਤਾਂ ਸਰ, ਕਿਉਂਕਿ ਮੈਂ ਸਾਰੀਆਂ ਚੀਜ਼ਾਂ ਇਸ ਲਈ ਕਲੀਅਰ ਕਰਨੀਆਂ ਚਾਹੁੰਦਾ ਕਿ ਸਾਰੇ ਪੱਖ ਹੋਣੇ ਚਾਹੀਦੇ ਨੇ ਸਾਹਮਣੇ, ਔਰ ਕਿਉਂਕਿ ਗੱਲਾਂ ਤਾਂ ਬਹੁਤ ਸਾਰੇ ਲੋਕ ਕਰੀ ਜਾਂਦੇ ਆ, ਕੋਈ ਚੰਗੀਆਂ ਮਾੜੀਆਂ, ਹਰ ਬੰਦੇ ਨੇ ਗੱਲ ਕਰਨੀ ਹੁੰਦੀ ਹੈ। ਸਾਈਡ ਇਫੈਕਟ ਦੀ ਗੱਲ ਕੀਤੀ ਜਾਵੇ ਤਾਂ ਕੁਝ ਸਾਈਡ ਇਫੈਕਟ ਵੀ ਨਜ਼ਰ ਆਏ ਤੁਹਾਨੂੰ ਇਸ ਚੀਜ਼ ਦੇ? ਕੀ ਸਾਈਡ ਇਫੈਕਟ ਮੈਨੂੰ ਦੱਸੋ, ਕਿਹੜਾ ਸਾਈਡ? ਇਹ ਐਬਸਟਰੈਕਟ ਗੱਲਾਂ ਹੈਗੀਆਂ। ਜਿਸ ਤਰ੍ਹਾਂ ਤੁਸੀਂ ਇਹਨੂੰ ਰਿਫਾਰਮ ਕਹਤੇ ਮੋਦੀ ਨੇ, ਇਹ ਚਲਾਕੀ ਵਾਲੀ ਈਡੀਐਮ ਯੂਜ਼ ਕਰ ਰਿਹਾ ਮੋਦੀ। ਬਹੁਤ ਕਲੇਵਰ, ਪੜ੍ਹੇ ਲਿਖੇ ਬੰਦੇ ਆਪਣੇ ਆਪ ਨੂੰ ਸਮਝਦੇ ਹੁੰਦੇ ਆ ਵੀ ਸਾਡੇ 'ਚ ਵਿਜ਼ਡਮ ਦੁਨੀਆ 'ਚੋਂ ਜ਼ਿਆਦਾ, ਬਲਕਿ ਇਹ ਬੇਈਮਾਨੀ ਹੁੰਦੀ ਆ, ਵਿਜ਼ਡਮ ਨਹੀਂ ਹੁੰਦੀ। ਤੋ ਆਹੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹ ਬੇਈਮਾਨੀ ਆ, ਇਹ ਵਿਜ਼ਡਮ ਨਹੀਂ ਹੈ। ਇਹਦੇ 'ਚ ਸੁਹਿਰਦਤਾ ਨਹੀਂ ਹੈ, ਸਪਸ਼ਟਤਾ ਨਹੀਂ ਹੈ, ਇਮਾਨਦਾਰੀ ਨਹੀਂ ਹੈ। ਸੋ ਇਸ ਕਿਸਮ ਦੇ ਤੁਸੀਂ ਈਡੀਐਮ ਵੀ ਇਹ ਖਮਿਆਜ਼ਾ, ਕਿਹੜਾ ਖਮਿਆਜ਼ਾ ਭੁਗਤਣਾ ਪਊ? ਖਮਿਆਜ਼ਾ ਕਾਹਦਾ ਦੱਸੋ ਤਾਂ ਸਹੀ, ਕਾਹਦਾ ਭੁਗਤਣਾ ਪਊ, ਕਿਉਂ ਭੁਗਤਣਾ ਪਊ? ਤਾਂ ਉਹ ਕਿਸਾਨ ਬੇਵਕੂਫ ਆ, ਸਾਰੇ ਪੜ੍ਹੇ ਲਿਖੇ ਆ। ਇਸ ਵੇਲੇ ਜਿਹੜੇ ਕਿਸਾਨ ਆ, ਮਾਫ ਕਰਨਾ, ਜਿਵੇਂ ਉਹ ਰਾਜੇਵਾਲ ਆ, ਬੜਾ ਪੜ੍ਹਿਆ ਲਿਖਿਆ ਬੰਦਾ। ਇਸੇ ਤਰੀਕੇ ਨਾਲ ਉਹ ਕੀ ਹੈ ਯੋਗਿੰਦਰ ਯਾਦਵ, ਮੈਂ ਉਹਨੂੰ ਜਾਣਦਾ, ਸਾਡੇ ਕੋਲ ਕੰਮ ਕਰਦਾ ਰਿਹਾ ਇੱਥੇ ਇਸ ਯੂਨੀਵਰਸਿਟੀ। ਹੀ ਇਜ਼ ਏ ਵੈਰੀ ਬ੍ਰਿਲੀਅੰਟ ਮੈਨ, ਵੈਰੀ ਇੰਟੈਲੀਜੈਂਟ ਪਰਸਨ। ਉਹ ਹਰ ਗੱਲ ਦੀ ਤਹਿ ਤੱਕ ਜਾਂਦਾ।
ਤੁਸੀਂ ਉਹਦੇ ਨਾਲ ਬੈਠ ਕੇ ਤੁਸੀਂ ਕਿਸਾਨਾਂ ਦੇ ਨਾਲ 11 ਮੀਟਿੰਗਾਂ ਕੀਤੀਆਂ, 11 ਮੀਟਿੰਗਾਂ ਕੀਤੀਆਂ, ਉਹਨਾਂ ਦੀ ਗੱਲ ਦਾ ਤੁਹਾਡੇ ਕੋਲ ਜਵਾਬ ਸੀ, ਉਹਨਾਂ ਨੇ ਲਿਖ ਕੇ ਵੀ ਤੁਹਾਨੂੰ ਦੇਤਾ। ਸਮਝੇ ਕਿ ਨਹੀਂ? ਤੁਸੀਂ ਜੇ ਇਹ ਗੱਲ ਕਹਿ ਰਹੇ ਹੋ ਵੀ ਇਹ ਕਾਨੂੰਨ ਆ ਜਿਹੜੇ ਸੁਪਰੀਮ ਕੋਰਟ ਵੀ ਕਹਿ ਰਿਹਾ 1.5 ਸਾਲ ਲਈ ਤੁਸੀਂ ਮੁਲਤਵੀ ਕਰ ਦਿਓ, ਸਮਝੇ ਕਿ ਨਹੀਂ? ਜੇ 1.5 ਸਾਲ ਲਈ ਮੁਲਤਵੀ ਕਰ ਦਿਓ ਤਾਂ ਕਿਉਂ ਕਰ ਦਿਓ? ਕੀ ਕਾਰਨ ਆ ਕਿ ਤੁਸੀਂ ਉਹ ਇੱਕ ਮੰਨ ਗਏ ਕਿ 1.5 ਸਾਲ ਲਈ ਅਸੀਂ ਇਹਨੂੰ ਇੰਪਲੀਮੈਂਟ ਨਹੀਂ ਕਰਾਂਗੇ? ਕਿਉਂਕਿ ਉਹ ਡਿਫੈਕਟਿਵ ਹੈਗੇ ਆ, ਉਹ ਉਹਨਾਂ ਦੇ ਵਿੱਚ ਠੱਗੀ ਠੋਰੀ ਹੇਰਾਫੇਰੀ ਬੇਈਮਾਨੀ ਆ, ਕਿਸਾਨਾਂ ਦੇ ਵਿਰੋਧ ਦੇ ਵਿੱਚ ਹੈਗੇ ਆ। ਸੋ ਚੇਂਜਸ ਨੂੰ ਲੈ ਕੇ ਗੱਲ ਕੀਤੀ ਜਾਵੇ, ਚੇਂਜਸ ਕੀ ਆਉਂਦੇ ਹੋਏ ਨਜ਼ਰ ਆਏ? ਹਾਲਾਂਕਿ ਬਹੁਤ ਸਾਰੇ ਚੇਂਜਸ ਤਾਂ ਤੁਸੀਂ ਦੱਸੇ ਵੀ ਹੈ, ਸਿਆਸੀ ਤੌਰ ਤੇ ਵੀ ਕਿ ਕਹਿ ਰਹੇ ਨੇ ਕੁਛ ਇੱਕ ਕਿਸਾਨ ਆਗੂ ਜਿੱਦਾਂ ਤੁਸੀਂ ਕਹਿ ਰਹੇ ਹੋ, ਉਹ ਕਹਿ ਰਹੇ ਨੇ ਕਿ ਰਾਜਨੀਤਿਕ ਤੌਰ ਤੇ ਵੀ ਬਦਲਾਅ ਹੋਏਗਾ। ਦੇਖਿਆ ਜਾਵੇ ਤਾਂ ਉਹ ਕਹਿੰਦੇ ਕਿ ਪਾਰਟੀ ਬਣਾ ਲੈਣੀ ਚਾਹੀਦੀ ਹੈ। ਗੁਰਨਾਮ ਸਿੰਘ ਚੜੂਨੀ ਹੁਣੀ ਸਿੱਧੇ ਤੌਰ ਤੇ ਕੋਟ ਕਰਦੇ ਨੇ। ਉਹਨਾਂ ਦੇ ਆਪਸ ਦੇ ਵਿੱਚ ਉਹਨਾਂ ਦੀ ਵਿਚਾਰਧਾਰਾ ਹੈ। ਮੇਰੀ ਸਮਝ ਇਹ ਕਹਿੰਦੀ ਆ ਕਿ ਕਿਸਾਨਾਂ ਨੂੰ ਹਿੰਦੁਸਤਾਨ ਦੀ ਲੀਡਰਸ਼ਿਪ ਆਪਣੇ ਹੱਥ 'ਚ ਲੈਣੀ ਚਾਹੀਦੀ। ਪੋਲੀਟੀਕਲ ਪਾਵਰ ਕਿਸੇ ਤੋਂ ਮੰਗਣੀ ਉਹਦੀ ਫੇਵਰ ਬਜਾਏ ਆਪਣੇ ਹੱਥ ਵਿੱਚ ਲੈ ਲੈਣੀ। ਪਰ ਇਹ ਮੈਂ ਤਾਂ ਦੇਖੋ ਉਸ ਗੱਲ 'ਚ ਡਾਇਰੈਕਟਲੀ ਇਨਵੋਲਵ ਨਹੀਂ ਹੈ, ਮੈਂ ਕਦੇ ਉੱਥੇ ਗਿਆ ਨਹੀਂ, ਮੇਰੀ ਸਿਹਤ ਨਹੀਂ ਇਜਾਜ਼ਤ ਦਿੰਦੀ, ਮੇਰੀ ਉਮਰ ਨਹੀਂ ਇਜਾਜ਼ਤ ਦਿੰਦੀ। ਪਰ ਜਿਹੜੇ ਲੋਕ ਉੱਥੇ ਗਏ ਆ, ਜਿਹੜੇ ਉਹਦੀ ਗਹਿਰਾਈ 'ਚ ਗਏ, ਉਹਨਾਂ ਨੂੰ ਬੈਟਰ ਅੰਡਰਸਟੈਂਡਿੰਗ ਆ ਵੀ ਇਹ ਸਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਹਾਂਜੀ, ਠੀਕ ਹੈ ਨਹੀਂ ਜੀ? ਹਾਂ, ਤਾਂ ਇਹ ਹੈ। ਠੀਕ ਹੈ। ਔਰ ਸਿਆਸੀ ਤੌਰ ਤੇ ਬਦਲਾਅ ਤੁਹਾਨੂੰ ਲੱਗਦਾ ਕਿ ਚੇਤਨਾ ਜਿੱਦਾਂ ਹੁਣ ਪਿੰਡਾਂ ਦੇ ਵਿੱਚ ਲੋਕ ਜਾਂਦੇ ਨੇ, ਖਾਸ ਤੌਰ ਤੇ ਪਿੰਡਾਂ ਦੇ ਵਿੱਚ ਪੰਜਾਬ ਦੇ ਸਿਆਸੀ ਆਗੂ ਜਾਂਦੇ, ਪਾਰਟੀ ਬੇਸ਼ੱਕ ਉਹ ਭਾਵੇਂ ਬੀਜੇਪੀ ਦੇ ਹੋਣ ਥੋੜਾ ਜ਼ਿਆਦਾ ਸਲੂਕ ਉਸ ਹਿਸਾਬ ਨਾਲ ਕਰ ਲੈਂਦੇ ਆ, ਜੇ ਕਾਂਗਰਸ ਦੇ ਹੋਣ ਥੋੜਾ ਉਸ ਹਿਸਾਬ ਨਾਲ ਬਿਹੇਵੀਅਰ ਹੋ ਜਾਂਦਾ, ਆਮ ਆਦਮੀ ਪਾਰਟੀ ਦੇ ਹੋਣ ਉਸ ਅਲੱਗ ਤਰੀਕੇ ਦੇ ਨਾਲ। ਤੁਹਾਨੂੰ ਕੀ ਨਜ਼ਰ ਆਇਆ ਫਿਰ ਸਿਆਸੀ ਤੌਰ ਤੇ ਬਦਲਾਅ? ਇਸ ਵਾਰ ਦਾ ਇਲੈਕਸ਼ਨ ਰੌਚਕ ਹੋਏਗਾ ਫਿਰ? ਮੈਂ ਤੁਹਾਨੂੰ ਦੱਸਦਾ, ਬਹੁਤ ਇਹਦੀਆਂ ਬਹੁਤ ਜ਼ਿਆਦਾ ਐਪਰੈਂਟ ਵੀ ਆ ਕਿ ਡੀਪ ਰੂਟਡ ਵੀ ਆ। ਇਸ ਦੇ ਵਿੱਚ ਜਿਹੜੇ ਲੀਡਰ ਹੈਗੇ ਆ ਉਹ ਰਿਡੰਡੈਂਟ ਹੋ ਚੁੱਕੇ, ਪਾਰਟੀਆਂ ਰਿਡੰਡੈਂਟ ਹੋ ਚੁੱਕੀਆਂ, ਉਹਨਾਂ ਦੀ ਰੈਲੇਵੈਂਸ ਖਤਮ ਹੋ ਚੁੱਕੀ ਆ। ਸਮਝੇ ਕਿ ਨਹੀਂ? ਜਦੋਂ ਕਿਸਾਨ ਖੜੇ ਹੋ ਕੇ ਸਵਾਲ ਕਰਦੇ ਆ ਵੀ ਇਹਦਾ ਜਵਾਬ ਦਿਓ, ਤਾਂ ਜਵਾਬ ਤਾਂ ਕੋਈ ਉਹਨਾਂ ਕੋਲ ਹੈ ਨਹੀਂ। ਤੋ ਇਸ ਕਰਕੇ ਉਹ ਮਤਲਬ ਉੱਥੋਂ ਭੱਜਦੇ ਆ। ਦੇਖੋ ਕਿੱਡੀ ਤਾਕਤਵਰ RSS BJP ਪਾਰਟੀ ਆ, ਔਰ ਕਿੰਨਾ ਉਹਨਾਂ ਦਾ ਗਲਵਾ ਸੀ, ਕਿੰਨਾ ਪ੍ਰਚਾਰ ਦਾ ਤੰਤਰ ਸੀ, ਕਿੰਨੇ ਉਹਨਾਂ ਕੋਲ ਸਾਧਨ ਆ, ਕਿੰਨੀ ਉਹਨਾਂ ਦੀ ਸਪੋਰਟ ਆ ਪੋਲੀਟੀਕਲ ਲੈਵਲ ਤੇ ਹੋਰ ਲੈਵਲ ਦੇ ਉੱਤੇ। ਉਹ ਕਿਸ ਤਰੀਕੇ ਨਾਲ ਜ਼ੀਰੋ ਹੋ ਗਏ ਪੰਜਾਬ 'ਚ, ਉਹਨਾਂ ਦੀ ਰੈਲੇਵੈਂਸ ਖਤਮ ਹੋ ਗਈ। ਉਹਨਾਂ ਨੂੰ ਤਾਂ ਮਤਲਬ ਇਸ ਤਰੀਕੇ ਜਿਵੇਂ ਚੂਹਾ ਨਿਕਲਦਾ ਨਾ ਖੱਡ ਦੇ ਵਿੱਚੋਂ, ਚੂਹੇ ਦੇ ਨੂੰ ਮਾਰਨ ਨੂੰ ਬੰਦਾ ਭੱਜਦਾ, ਇਸ ਤਰੀਕੇ ਦੀ ਹਾਲਤ ਹੋਈ ਵੀ ਹੈ। ਇਹਦੀਆਂ ਬੜੀਆਂ ਪੋਲੀਟੀਕਲ ਰਿਪਰਕਸ਼ਨਸ ਹੈਗੀਆਂ। ਇਸੇ ਤਰੀਕੇ ਨਾਲ ਅਕਾਲੀ ਪਾਰਟੀ ਇਰਲੇਵੈਂਟ ਹੋ ਗਈ ਹੈ, ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਇਰਲੇਵੈਂਟ ਹੋ ਗਈ ਹੈ। ਤਾਂ ਲੀਡਰ ਜਿਹੜੇ ਸਾਰੇ ਆ ਉਹ ਨਾਰਾ ਆਪਣੀਆਂ ਸਟੇਜਾਂ ਤੋਂ ਜਿੰਨੀਆਂ ਲੱਖ ਮਾਰੀ ਜਾਣ, ਪਰ ਉਹਨਾਂ ਦੀ ਕੋਈ ਕਿਸੇ ਕਿਸਮ ਦੀ ਪੋਲੀਟੀਕਲ ਰੈਲੇਵੈਂਸ ਹੈ ਨਹੀਂ ਪਬਲਿਕ ਦੇ ਵਿੱਚ। ਪਬਲਿਕ ਨੇ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਕਿਉਂਕਿ ਉਹ ਨੰਗੇ ਹੋ ਗਏ। ਇੱਕ ਨੇਕਡ ਕਿੰਗ ਦਾ ਕਨਸੈਪਟ ਆ, ਨੇਕਡ ਕਿੰਗ ਦਾ ਕਨਸੈਪਟ ਪਤਾ, ਵੈਸਟ ਦਾ ਕਨਸੈਪਟ ਫਿਲਾਸਫੀ ਦੀ ਗੱਲ ਆ ਵੀ ਇੱਕ ਰਾਜਾ ਹੁੰਦਾ, ਉਹ ਪਹਿਰਾਵੇ ਹਰ ਰੋਜ਼ ਬਦਲ ਕੇ ਆਉਂਦਾ, ਨਵੀਆਂ ਨਵੀਆਂ ਲੋਕ ਜਿਹੜੇ ਉਹਦੇ ਕੋਰਟੀਅਰਸ ਆ ਉਹਦੀ ਬਹੁਤ ਤਾਰੀਫ ਕਰਦੇ ਆ ਵੀ ਬੜੇ ਸੋਹਣੇ ਲੱਗਦੇ ਹੋ ਤੁਸੀਂ। ਇੱਕ ਦਿਨ ਉਹ ਨੰਗਾ ਹੋ ਕੇ ਆ ਜਾਂਦਾ, ਨੰਗਾ ਹੋ ਕੇ ਜਦੋਂ ਉਹ ਆ ਜਾਂਦਾ ਤਾਂ ਜਿਹੜੇ ਕੋਰਟੀਅਰ ਆ ਪਹਿਲਾਂ ਤਾਂ ਵਿਚਾਰੇ ਸਟਨ ਹੋ ਜਾਂਦੇ, ਹੈਰਾਨ ਹੋ ਜਾਂਦੇ, ਪਰ ਫਿਰ ਅਖੀਰ 'ਚ ਕਹਿੰਦੇ ਮਹਾਰਾਜਾ ਸਾਹਿਬ ਤੁਸੀਂ ਅੱਜ ਬਹੁਤ ਹੀ ਸੋਹਣੇ ਲੱਗਦੇ ਹੋ। ਅੱਜ ਜਿਹੜਾ ਹਿੰਦੁਸਤਾਨ ਦਾ ਤੰਤਰ ਆ ਉਹ ਨੰਗਾ ਹੋ ਚੁੱਕਿਆ। ਇਸੇ ਨੇਕਡ ਕਿੰਗ ਇਹ ਕਨਸੈਪਟ ਆ ਵੈਸਟ ਦਾ। ਹਾਂਜੀ, ਤਾਂ ਉਸ ਨੰਗੇ ਹੋ ਕੇ ਉਹਨਾਂ ਦੇ ਕੋਲ ਹੁਣ ਕੁਛ ਰਿਹਾ ਹੀ ਬਾਕੀ ਨਹੀਂ, ਰਿਹਾ ਹੀ ਬਾਕੀ ਨਹੀਂ। ਹੁਣ ਆ ਜਿਹੜੀ 15 ਅਗਸਤ ਦੀ ਸਪੀਚ ਆ ਪ੍ਰਾਈਮ ਮਿਨਿਸਟਰ ਦੀ, ਉਹਦੇ 'ਚ ਹੈ ਕੀ? ਕੁਛ ਵੀ ਨਹੀਂ। ਕੋਈ ਉਹਦੇ 'ਚ ਤੰਤ ਨਹੀਂ, ਕੋਈ ਉਹਦੇ 'ਚ ਸਬਸਟੈਂਸ ਨਹੀਂ, ਕੋਈ ਉਹਦੇ 'ਚ ਪ੍ਰੋਮਿਸ ਨਹੀਂ, ਕੋਈ ਉਹਦੇ 'ਚ ਕਮਿਟਮੈਂਟ ਨਹੀਂ, ਕੋਈ ਇਹ ਦੱਸਿਆ ਨਹੀਂ ਵੀ ਮੈਂ ਹੁਣ ਆਹ ਦੇਣ ਜਾ ਰਿਹਾ। ਸਵਾਏ ਫਰੇਜ਼ੀਓਲੋਜੀ ਆ ਨਾ, ਬੋਲਾਂ ਸ਼ਬਦਾਂ ਦਾ ਸ਼ਬਦ ਜੰਜਾਲ ਹੈ। ਤੋ ਇਸ ਕਰਕੇ ਇਹ ਜਿਹੜਾ ਸੰਘਰਸ਼ ਹੈ ਬਹੁਤ ਵੱਡਾ ਸੰਘਰਸ਼ ਆ, ਔਰ ਇਸ ਨੂੰ 19 ਪਾਰਟੀਆਂ ਦੀ ਸਪੋਰਟ ਆ ਪੋਲੀਟੀਕਲ ਲੈਵਲ ਦੇ ਉੱਤੇ। ਹਾਂਜੀ, ਸਵਾਏ ਤਾਂ BJP ਤੋਂ ਬਾਕੀ ਤਾਂ ਸਾਰੀਆਂ ਪਾਰਟੀਆਂ ਇਹਨਾਂ ਨੂੰ, ਵੱਡੀਆਂ ਜਿਹੜੀਆਂ ਸਾਰੀਆਂ ਪਾਰਟੀਆਂ ਉਹ ਸਪੋਰਟ ਦੇ ਰਹੀਆਂ। ਕਾਂਗਰਸ ਸਪੋਰਟ ਦੇ ਰਹੀ ਆ, MNC ਸਪੋਰਟ ਦੇ ਰਹੀ ਆ, ਮਮਤਾ ਬੈਨਰਜੀ ਸਪੋਰਟ ਦੇ ਰਹੀ ਆ, ਦੂਸਰੀ ਇੱਥੇ ਸ਼ਿਵ ਸੈਨਾ ਵਾਲੇ ਸਪੋਰਟ, ਸਾਰੀਆਂ ਪਾਰਟੀਆਂ ਸਪੋਰਟ ਦੇ ਰਹੀ। ਕੀ ਲੱਗਦਾ ਸਰਕਾਰ ਮੰਨੇਗੀ? ਕੀ ਕਹਿੰਦਾ ਤੁਸੀਂ? ਸਰਕਾਰ ਦੀ ਮਜਬੂਰੀ ਆ। ਸਰਕਾਰ ਨੇ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਆ ਉਹਨਾਂ ਤੋਂ ਪੈਸੇ ਖਾਧੇ ਵੇ ਆ, ਅੱਖ ਉਹਨਾਂ ਦੀ ਝੁਕਦੀ ਆ ਉਹਨਾਂ ਦੇ ਸਾਹਮਣੇ, ਉਹ ਅੱਖ ਨਾਲ ਅੱਖ ਮਿਲਾ ਕੇ ਉਹਨਾਂ ਨਾਲ ਗੱਲ ਹੀ ਨਹੀਂ ਕਰ ਸਕਦੇ। ਤੋ ਇਸ ਕਰਕੇ ਉਹਨਾਂ ਦਾ ਡੰਡਾ ਉਹਨਾਂ ਦੇ ਸਿਰ ਦੇ ਉੱਤੇ।
ਤੋ ਜਿਹੜਾ ਪੈਸਾ ਲੈ ਕੇ ਕਰੋੜਾਂ ਅਰਬਾਂ ਰੁਪਈਆ ਖਰਚ ਕੀਤਾ ਇਲੈਕਸ਼ਨਾਂ ਜਿੱਤਣ ਤੇ ਉਹ ਕਹਿੰਦੇ ਵੀ ਦੱਸੋ ਪੁੱਤਰ ਹੁਣ ਸਾਡਾ ਵੀ ਕੰਮ ਕਰੋ ਤੁਸੀਂ। ਜਿਹੜਾ ਵੀ ਧਨਾੜ ਆਦਮੀ ਇਲੈਕਸ਼ਨ ਫੰਡ ਦਾ 1 ਕਰੋੜ ਰੁਪਇਆ ਦਿੰਦਾ ਉਹ ਵਾਪਸੀ ਦੇ ਚ 50 ਕਰੋੜ ਰੁਪਇਆ ਕਮਾਉਂਦਾ ਉਸ ਤੋਂ ਇਹ ਇੱਕ ਕਰਪਸ਼ਨ ਹੈ। ਔਰ ਇਹ ਕਰਪਸ਼ਨ ਇੱਕ ਇਸ ਤਰੀਕੇ ਨਾਲ ਇਸ ਮੁਲਕ ਦੇ ਵਿੱਚ ਕੀ ਚੱਲ ਰਹੀ ਹੈ ਜਿਹਦਾ ਕੋਈ ਮਤਲਬ ਤੁਸੀਂ ਉਹਦੀ ਤਹਿ ਤੱਕ ਜਾਂਦੇ ਰਹੋ, ਗਾਹਾਂ ਦੀ ਗਾਹਾਂ ਉਹ ਸਮੁੰਦਰ ਤੱਕ ਪਹੁੰਚ ਜਾਊਗੀ। ਠੀਕ ਹੈ, ਆਖਰੀ ਸਵਾਲ ਹੈ ਸਰ ਮੇਰਾ, 2022 ਦੇ ਇਲੈਕਸ਼ਨ ਆ ਰਹੇ ਨੇ, 2022 ਦੇ ਇਲੈਕਸ਼ਨਸ ਦੇ ਵਿੱਚ ਕਿੰਨਾ ਕੁ ਵੱਡਾ ਅਸਰ ਹੋਏਗਾ ਅੰਦੋਲਨ ਦਾ, ਕਿਉਂਕਿ ਬਾਕੀ ਪਾਰਟੀਆਂ ਵੀ ਸਾਰੀਆਂ ਦਾਅਵਾ ਕਰ ਰਹੀਆਂ ਨੇ ਸਿਵਾਏ ਬੀਜੇਪੀ ਨੂੰ ਛੱਡ ਕੇ। ਬੀਜੇਪੀ ਵੀ ਕਹਿ ਰਹੀ ਹੈ ਕਿ ਅਸੀਂ 117 ਸੀਟਾਂ ਤੇ ਇਲੈਕਸ਼ਨ ਲੜਨਾ, ਇੰਡੀਪੈਂਡੈਂਟਲੀ ਲੜਾਂਗੇ ਅਸੀਂ, ਔਰ ਸਰਕਾਰ ਬਣਾਉਣ ਦਾ ਵੀ ਖੈਰ ਹਰ ਪਾਰਟੀ ਦਾਅਵਾ ਕਰਦੀ, ਉਹਨਾਂ ਨੂੰ ਵੀ ਅਧਿਕਾਰ ਹੈ, ਦਾਅਵਾ ਕਰ ਰਹੇ ਨੇ ਉਹ। ਪਰ ਕਿੰਨਾ ਕੁ ਅਸਰ ਦੇਖਦੇ ਹੋ ਤੁਸੀਂ 2022 ਦੇ ਇਲੈਕਸ਼ਨ 'ਚ? ਅਸੀਂ ਆਉਂਦੀ ਹੈ ਇਸ ਗੱਲ ਤੇ, ਪਹਿਲੇ ਤਾਂ ਬੀਜੇਪੀ ਕੋਲ 117 ਕੈਂਡੀਡੇਟ ਵੀ ਹੈਗੇ ਕਿ ਨਹੀਂ, ਮਤਲਬ ਬੜੀ ਹਾਸੋ ਹੀ ਨਹੀਂ ਗੱਲ। ਜਿਹੜੇ ਹੈ ਸੀ ਉਹ ਛੱਡ ਕੇ ਚਲੇ ਗਏ। ਇਸੇ ਤਰੀਕੇ ਨਾਲ ਦੂਜੀਆਂ ਪਾਰਟੀਆਂ ਦਾ ਵੀ ਇਹੀ ਹਾਲ ਆ, ਉਹਨਾਂ ਦੇ ਪੱਲੇ ਕੱਖ ਨਹੀਂ। ਉਹ ਮਤਲਬ ਭੁੱਖ ਨੰਗ ਉਹਨਾਂ ਦੇ ਪੱਲੇ ਆ, ਪੈਸੇ ਖਾਣ ਦਾ ਉਹਨਾਂ ਦਾ ਸਾਰਾ ਤੰਤਰ ਚਲਾਇਆ ਵਿਆ। ਉਸ ਗੱਲ ਲਈ ਉਹ ਲੋਰਮੈਂਟਾਂ ਦੇ ਰਹੇ ਲੋਕਾਂ ਨੂੰ ਵੀ ਜਦੋਂ ਅਸੀਂ ਆ ਗਏ ਤੁਹਾਨੂੰ ਐਂ ਭਰਤੀ ਕਰ ਲਾਂਗੇ, ਐਂ ਕਰ ਲਾਂਗੇ, ਤਾਂ ਹੀ ਪੈਸੇ ਦੇਣਗੇ ਨਾ ਲੋਕ, ਜੇ ਉਹਨਾਂ ਨੂੰ ਕੋਈ ਤੁਸੀਂ ਐਸ਼ੋਰੈਂਸਿਸ ਝੂਠੀਆਂ ਸੱਚੀਆਂ ਦਓਗੇ ਤਾਂ ਹੋਰ ਤਾਂ ਕੁਛ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਸੋ तमाम ਚੀਜ਼ਾਂ ਨੂੰ ਲੈ ਕੇ ਚਰਚਾ ਹੋਈ ਹੈ ਔਰ ਕਿਸਾਨ ਅੰਦੋਲਨ ਕਿੱਥੇ ਖੜਾ, ਅੱਜ ਇਸ ਚੀਜ਼ ਨੂੰ ਲੈ ਕੇ ਵੀ ਚਰਚਾ ਹੋਈ। ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਹੁਣੀ ਸਾਡੇ ਨਾਲ ਮੌਜੂਦ ਸੀ। तमाम ਚੀਜ਼ਾਂ ਨੂੰ ਲੈ ਕੇ ਚਰਚਾ ਹੋਈ, ਕਿਸਾਨ ਅੰਦੋਲਨ ਦੇ ਹਰ ਰੂਪ ਤੇ ਚਰਚਾ ਹੋਈ ਹੈ ਕਿ ਕਿਸਾਨ ਅੰਦੋਲਨ ਨੂੰ ਕਿੱਥੇ ਖੜਾ ਦੇਖਦੇ ਨੇ, ਔਰ ਹਰ ਚੀਜ਼ ਨੂੰ ਲੈ ਕੇ ਗੱਲਬਾਤ ਹੋਈ। ਪੰਜਾਬ ਦੀ ਸਿਆਸਤ ਨੂੰ ਲੈ ਕੇ ਵੀ ਚਰਚਾ ਹੋਈ ਹੈ। ਕਹਿੰਦੇ ਕਿ ਪਾਰਟੀਆਂ ਦੇ ਹੱਥ ਵਿੱਚ ਬਹੁਤੀਆਂ ਚੀਜ਼ਾਂ ਨਹੀਂ, ਲੋਕ ਜਾਗਰੂਕ ਹੋਏ ਨੇ, ਕਿਸਾਨ ਅੰਦੋਲਨ ਨੇ ਬਹੁਤ ਚੀਜ਼ਾਂ ਬਦਲੀਆਂ ਨੇ। ਸਰਦਾਰਾ ਸਿੰਘ ਜੌਹਲ ਹੋਣਾ ਦਾ ਵੀ ਜ਼ਿਕਰ ਇਹਨਾਂ ਨੇ ਕੀਤਾ ਹੈ ਕਿ ਸਰਦਾਰਾ ਸਿੰਘ ਜੌਹਲ ਹੋਣੀ ਸ਼ਾਇਦ ਕੋਈ ਪ੍ਰਾਪਤੀ ਚਾਹੁੰਦੇ ਹੋਣੇ ਆ ਹੋਰ ਸਰਕਾਰ ਕੋਲੋਂ, ਇਸ ਕਰਕੇ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਕਿ ਕਿਸਾਨ ਅੰਦੋਲਨ ਦੇ ਨਾਲ ਵੱਡੇ ਪੱਧਰ ਤੇ ਨੁਕਸਾਨ ਹੋਏ ਨੇ ਪੰਜਾਬ ਨੂੰ। ਹੋਰ ਵੀ ਚੀਜ਼ਾਂ ਨੂੰ ਲੈ ਕੇ ਜਿੱਦਾਂ ਇਹਨਾਂ ਨੇ ਇੱਕ ਚੀਜ਼ ਦਾ ਜ਼ਿਕਰ ਕੀਤਾ ਕਿ ਇਸ ਅੰਦੋਲਨ ਨੇ ਬਦਲਾਅ ਬਹੁਤ ਲਿਆਂਦੇ ਨੇ, ਕਿਉਂਕਿ ਗਰਾਊਂਡ ਤੇ ਜਿਹੜੇ ਲੋਕ ਜੁੜੇ ਹੋਏ ਸੀ ਉਹਨਾਂ ਦੇ ਵਿੱਚ ਚੇਤਨਾ ਵੀ ਆਈ ਹੈ। ਉਹਨਾਂ ਨੇ ਲੋਕਾਂ ਤੋਂ ਸਵਾਲ ਪੁੱਛਣੇ ਵੀ ਸ਼ੁਰੂ ਕਰ ਦਿੱਤੇ, ਲੀਡਰਾਂ ਤੋਂ ਵੀ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਚਰਚਾ ਹੋਈ ਹੈ ਤੇ ਸਾਡੀ ਕੋਸ਼ਿਸ਼ ਇਹੋ ਸੀ ਕਿ ਕਿਸਾਨ ਅੰਦੋਲਨ ਦੇ ਹਰ ਪਹਿਲੂ ਤੇ ਚਰਚਾ ਹੋਣੀ ਚਾਹੀਦੀ ਹੈ, ਕਿਉਂਕਿ ਇਤਿਹਾਸ ਦੇ ਪੱਖ ਦੇ ਨਾਲ ਵੀ ਰਿਲੇਟ ਕਰਕੇ ਇਹਨਾਂ ਨੇ तमाम ਚੀਜ਼ਾਂ ਨੂੰ ਦੱਸਿਆ। ਉਮੀਦ ਕਰਦੇ ਹਾਂ ਕਿ ਸਾਡੀ ਇਹ ਕੋਸ਼ਿਸ਼ ਤੁਹਾਨੂੰ ਪਸੰਦ ਆਈ ਹੋਵੇਗੀ। ਹੋਰ तमाम ਖਬਰਾਂ ਤੇ ਅਪਡੇਟਸ ਲਈ ਜੁੜੇ ਰਹੋ ਪ੍ਰੋ ਪੰਜਾਬ ਟੀਵੀ ਦੇ ਨਾਲ। ਧੰਨਵਾਦ।